प्रधानमंत्री जी ने बड़े ਉੱਚੀਆਂ ਆਵਾਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹ ਮਹਾਭਾਰਤ ਜਿੱਤਿਆ ਗਿਆ ਸੀ 18 ਦਿਨਾਂ ਦੇ ਵਿੱਚ, ਕੋਰੋਨਾ ਦੀ ਲੜਾਈ ਜਿੱਤ ਲਵਾਂਗੇ 21 ਦਿਨਾਂ ਦੇ ਵਿੱਚ। ਲੋਕਾਂ ਤੋਂ ਤਾਲੀਆਂ ਮਰਵਾ ਦਿੱਤੀਆਂ, ਥਾਲੀਆਂ ਵਜਵਾ ਦਿੱਤੀਆਂ, ਸ਼ੰਖ ਵਜਵਾ ਦਿੱਤੇ। ਇਸ ਤਰ੍ਹਾਂ ਦਿਖਾ ਦਿੱਤਾ ਕਿ ਪਤਾ ਨਹੀਂ ਕੀ ਅਸੀਂ ਇੱਕ ਬਹੁਤ ਵੱਡਾ ਇੱਥੇ ਉਤਸਵ ਮਨਾਉਣ ਲੱਗੇ ਹਾਂ। ਸਾਲ ਪਹਿਲਾਂ ਦੀ ਗੱਲ ਕਰਦਾ ਹਾਂ, ਲੋਕਡਾਊਨ ਲਗਾਇਆ, ਉਹਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਇਕੋਨੋਮੀ, ਸਾਡੀ ਅਰਥ ਵਿਵਸਥਾ ਕਿੰਨੀ ਬੁਰੀ ਤਰ੍ਹਾਂ ਗਿਰ ਕੇ ਮਾਲੀ ਹਾਲਾਤ ਦੇਸ਼ ਦੇ ਖਰਾਬ ਹੋ ਗਏ ਸਨ। ਹਾਲੇ ਵੀ ਉਸ ਤੋਂ ਉੱਠੇ ਨਹੀਂ ਸਾਂ ਕਿ ਦੂਜੀ ਵਾਰ ਫਿਰ ਦੂਜੀ ਕਰੋਨਾ ਦੀ ਲਹਿਰ ਫਿਰ ਆ ਗਈ, ਜਿਹੜੀ ਕਿ ਪਹਿਲਾਂ ਨਾਲੋਂ ਵੀ ਭਿਆਨਕ, ਉਦੋਂ ਵੀ ਵੱਡੀ ਬਣੀ। ਕਿਉਂ ਐਡੀਆਂ ਐਡੀਆਂ ਕਤਾਰਾਂ ਸਾਡੇ ਸ਼ਮਸ਼ਾਨ ਘਾਟਾਂ 'ਤੇ, ਕਬਰਸਤਾਨਾਂ 'ਤੇ, ਸਾਡੇ ਸਿਮੈਟਰੀਜ਼ 'ਤੇ ਲੱਗੀਆਂ ਪਈਆਂ ਹੁੰਦੀਆਂ, ਜਿੱਥੇ ਕਿ ਲੋਕਾਂ ਨੂੰ ਮੌਕਾ ਨਹੀਂ ਮਿਲ ਰਿਹਾ, ਵਾਰੀ ਨਹੀਂ ਉਹਨਾਂ ਦੀ ਆ ਰਹੀ ਆ ਉਹਨਾਂ ਦਾ ਅਖੀਰਲੀ ਜੋ ਅੰਤਿਮ ਸੰਸਕਾਰ ਕਰਨ ਦੇ ਵਾਸਤੇ ਆਪਣੇ ਜਿਹੜੇ ਲੋਕ ਮ੍ਰਿਤਕ ਉਹਨਾਂ ਦੇ ਪਰਿਵਾਰਾਂ 'ਚ ਹੋ ਗਏ। ਕਿਸੇ ਪਾਸੇ ਨਜ਼ਰ ਮਾਰ ਕੇ ਵੇਖ ਲਈਏ, ਹਰ ਇੱਕ ਪਰਿਵਾਰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਹੈ। ਚੰਡੀਗੜ੍ਹ ਕਾਂਗਰਸ ਦੀ ਸਿਆਸਤ ਦੀ ਅਗਵਾਈ ਹਮੇਸ਼ਾ ਤੁਸੀਂ ਕੀਤੀ ਹੈ। ਹੁਣ ਚੁਣਾਵੀ ਸਾਲ ਹੈ, 26 ਤੋਂ 35 ਵਾਰਡ ਹੋ ਗਏ ਨੇ। ਹੁਣ ਤੁਹਾਡੀ ਕੀ ਨੀਤੀ ਰਹੂਗੀ ਇਸ ਵਿੱਚ ਕੰਮ ਕਰਨ ਦੀ? ਕੀ ਏਜੰਡੇ ਰਹਿਣਗੇ? ਜਾਂ ਰੂਲਿੰਗ ਪਾਰਟੀ ਕਿੱਥੇ ਫੇਲ ਹੋਈ, ਕਿਸ ਨੂੰ ਲੈ ਕੇ ਚੱਲੂ? ਪਾਣੀ ਦਾ ਰੇਟ 3 ਗੁਣਾ ਵਧਾ ਦਿੱਤਾ ਅਤੇ 30% ਉਸ 'ਤੇ ਸੈਸ ਲਗਾਇਆ ਹੋਇਆ ਹੈ, ਸੀਵਰ ਸੈਸ। ਅੰਦਾਜ਼ਾ ਲਗਾਓ ਤੁਸੀਂ ਪਾਣੀ ਦਾ ਰੇਟ ਕਿੱਡਾ ਵੱਡਾ ਕਰ ਦਿੱਤਾ। ਫਿਰ ਇਹਨਾਂ ਤੋਂ ਕੰਮ ਨਹੀਂ ਸਮ ਰਿਹਾ, ਹਰ ਇੱਕ ਚੀਜ਼ ਦੇ ਰੇਟ ਵਧਾ ਰਹੇ ਨੇ। ਇੱਕੋ ਹੀ ਇਹਨਾਂ ਨੇ ਫੜੀ ਹੈ ਕਿ ਲੋਕਾਂ ਦੇ ਟੈਕਸ ਲਗਾ ਦਿਓ ਟੈਕਸ। ਕਾਂਗਰਸ ਵੇਲੇ ਥੋੜ੍ਹੀ ਜਿਹੀ ਗੱਲ 'ਤੇ ਕਿਵੇਂ ਸਿਆਪੇ ਕਰਨੇ ਸ਼ੁਰੂ ਕਰ ਦਿੰਦੇ ਸਨ, ਕਿਵੇਂ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੇ ਸਨ। ਅੱਜ ਹੁਣ ਪੈਟਰੋਲ ਦੇ ਰੇਟ ਕੀ ਹੋ ਗਏ, ਕੂੜੇ ਦੇ ਕਿੱਡੇ ਵੱਡੇ ਉੱਥੇ ਲੱਗ ਗਏ ਨੇ। ਕਿੰਨੀ ਦੇਰ ਦੀ ਉਹਦੀਆਂ ਜ਼ਿਕਰ ਗੱਲਾਂ ਕਰੀ ਜਾਂਦੇ ਨੇ, ਸਾਲਾਂ ਦੇ ਸਾਲ ਕੱਢੀ ਜਾਂਦੇ ਨੇ। ਤੁਹਾਨੂੰ ਇੰਨੀ ਦੇਰ ਹੋ ਗਈ, ਹੁਣ ਤਾਂ ਆਪਣੀ ਜ਼ਿੰਮੇ ਲਓ ਕੰਮ। ਨਹੀਂ, ਉਹ ਤਾਂ ਕਾਂਗਰਸ ਸਰਕਾਰ ਤੇ ਦੋਸ਼ ਲਾ ਰਹੇ ਕਿ ਜਿਹੜਾ ਇਹ ਡੰਪਿੰਗ ਗਰਾਊਂਡ ਬਣਿਆ ਸੀਗਾ ਉਹਨਾਂ ਦੇ ਜਦੋਂ ਸੀਗੇ ਉਦੋਂ ਲਿਆਂਦਾ। ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਭਲੇ ਵਾਸਤੇ ਕਰ ਰਹੇ ਹੋ, ਕਹਿੰਦੇ ਰੱਬ ਦੇ ਵਾਸਤੇ ਸਾਨੂੰ ਇਹੋ ਜਿਹਾ ਭਲਾ ਨਹੀਂ ਚਾਹੀਦਾ। ਇੰਨੀ ਦੇਰ ਦੇ ਬੈਠੇ ਨੇ, ਉਹ ਪਰਵਾਹ ਹੈ ਉਸ ਚੀਜ਼ ਦੀ ਜਿਹੜੀ ਕਿ ਗੱਲ ਮੈਂ ਸ਼ੁਰੂ 'ਚ ਕਿਹਾ ਸੀ ਵੀ ਲੋਕਤੰਤਰ ਦੀਆਂ ਧੱਜੀਆਂ ਉਡਾ ਰੱਖੀਆਂ ਨੇ। ਪਿੰਡਾਂ ਵਾਲਿਆਂ ਦਾ ਹਮੇਸ਼ਾ ਇਤਰਾਜ਼ ਰਿਹਾ ਹੈ ਕਿ ਸਾਨੂੰ ਸੈਕਟਰਾਂ ਦੇ ਮੁਕਾਬਲਤਨ ਸੁਵਿਧਾਵਾਂ ਦੀ ਸਹੂਲਤਾਂ ਦੀ ਵੀ ਕਮੀ ਰਹੀ ਹੈ ਤੇ ਸਿਆਸਤ ਦੇ ਵਿੱਚ ਵੀ ਸਾਡੀ ਪਹਿਰ ਵੀ ਘਟ ਰਹੀ ਹੈ ਜਾਂ ਸਾਨੂੰ ਮੌਕਾ ਨਹੀਂ ਦਿੱਤਾ ਜਾਂਦਾ ਹੈ। ਕਿ ਤੁਸੀਂ 13 ਪਿੰਡ ਸ਼ਾਮਲ ਹੋਏ ਨੇ, 9 ਵਾਰਡ ਵਧੇ ਨੇ, ਤੁਸੀਂ ਕਿੰਨੇ ਫੀਸਦੀ ਸਮਝਦੇ ਹੋ ਕਿ ਪਿੰਡਾਂ ਨੂੰ ਨੁਮਾਇੰਦਗੀ ਦਿਓਗੇ? ਕਿ ਇੱਥੇ ਪ੍ਰਧਾਨ ਜਿਵੇਂ ਤੁਸੀਂ ਵੀ ਕਿਸੇ ਟਾਈਮ ਰਹੇ ਪੰਜਾਬ ਤੋਂ, ਛਾਬੜਾ ਸਾਹਿਬ ਵੀ ਪੰਜਾਬ ਤੋਂ, ਟੰਡਨ ਸਾਹਿਬ ਦੀ ਉਹ ਵੀ ਪੰਜਾਬ ਤੋਂ, ਜਰਨਸੂਲ ਸਾਹਿਬ ਕਹੀਏ ਉਹ ਵੀ ਪੰਜਾਬ ਤੋਂ, ਜਿਹੜੇ ਭਾਜਪਾ ਦੇ ਨੇ, ਫਿਰ ਵੀ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਅਣਗੌਲਿਆ ਕਰਦੇ ਆ ਜਿਵੇਂ ਪੰਜਾਬੀ ਦਾ ਮਸਲਾ। ਮੈਟਰੋ ਰੇਲ ਦੀ ਗੱਲ ਹੁਣ ਫਿਰ ਆਪਣੇ ਗਿਆਨਚੰਦ ਗੁਪਤਾ ਜੀ ਨੇ ਫਿਰ ਵਿਧਾਨ ਸਭਾ 'ਚ ਸੈਂਟਰ ਦੇ ਮਿਨਿਸਟਰ ਨੂੰ ਲਿਖ ਕੇ ਚਿੱਠੀ ਫਿਰ ਸ਼ੁਰੂ ਕੀਤੀ ਹੈ ਗੱਲ। ਮੈਟਰੋ ਬਾਰੇ ਤੁਸੀਂ ਆਪਦਾ ਸਟੈਂਡ ਦੱਸੋ। ਹਰ ਵਾਰੀ ਇਲੈਕਸ਼ਨਾਂ ਨੇੜੇ ਗੱਲ ਹੁੰਦੀ ਹੈ ਫਿਰ ਰੁਕ ਜਾਂਦੀ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਆਰ ਐਸ ਸੈਲੀਬ੍ਰੇਟ। ਚੰਡੀਗੜ੍ਹ ਦਾ ਦੁਨੀਆ 'ਚ ਨਾਮ ਹੈ, ਜਿੱਥੇ ਇੱਥੇ ਹਰ ਇੱਕ ਗੱਲ ਦੀ ਚਰਚਾ ਪੂਰੀ ਦੁਨੀਆ 'ਚ ਹੁੰਦੀ ਹੈ। ਪਹਿਲਾਂ ਕਰੋਨਾ ਨੂੰ ਲਈਏ ਤਾਂ ਕਰੋਨਾ ਦੀ ਸਥਿਤੀ 'ਚ ਬੜੀ ਵਧੀਆ ਸੀਗੀ, ਇਲਾਜ ਦਾ ਰੇਟ ਜ਼ਿਆਦਾ ਸੀਗਾ। ਉਸ ਤੋਂ ਬਾਅਦ ਸਥਿਤੀ ਬਦਲੀ, ਸਥਿਤੀ ਬਦਲਣ ਤੋਂ ਬਾਅਦ ਪ੍ਰਬੰਧਾਂ 'ਤੇ ਸਵਾਲ ਉੱਠੇ, ਹੋਰ ਕਈ ਤਰ੍ਹਾਂ ਦੇ ਸਵਾਲ ਉੱਠੇ। ਸਥਿਤੀ ਹੁਣ ਕਾਬੂ ਤੋਂ ਬਾਹਰ ਹੋ ਗਈ ਹੈ, ਲੋਕਡਾਊਨ ਲਗਾਤਾਰ ਲੱਗ ਰਿਹਾ। ਇਸ ਤੋਂ ਬਾਅਦ ਜਨਤਾ ਦੇ ਵਿੱਚ ਬੜੀ ਇਸ ਤੇ ਗੱਲ ਦਾ ਰੋਸ ਹੈ ਕਿ ਇਹ ਲੋਕਡਾਊਨ ਨੂੰ ਕਿਸ ਤਰੀਕੇ ਨਾਲ ਲਗਾਇਆ ਜਾਵੇ ਤਾਂ ਜੋ ਆਮ ਆਦਮੀ ਪ੍ਰਭਾਵਿਤ ਨਾ ਹੋਵੇ। ਚੰਡੀਗੜ੍ਹ ਤੋਂ ਬਹੁਤ ਵਾਰ, ਕਾਫੀ ਵਾਰ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕਰ ਚੁੱਕੇ ਸ਼੍ਰੀ ਪਵਨ ਬਾਂਸਲ ਜੀ, ਸਾਬਕਾ ਕੇਂਦਰੀ ਮੰਤਰੀ ਸਾਡੇ ਨਾਲ ਨੇ। ਉਹਨਾਂ ਤੋਂ ਚੰਡੀਗੜ੍ਹ ਦੀ ਸਥਿਤੀ ਬਾਰੇ ਜਾਣਦੇ ਹਾਂ ਕਿ ਰੂਲਿੰਗ ਪਾਰਟੀ ਦੇ ਕੀ ਫਰਜ਼ ਸੀ, ਕਿੰਨਾ ਤੋਂ ਉਹ ਲਾਂਭੇ ਰਹਿ ਗਏ ਹੈ। ਬਾਂਸਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ। ਪੂਰੇ ਦੇਸ਼ ਦੇ ਵਿੱਚ ਕਰੋਨਾ ਨੂੰ ਲੈ ਕੇ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਤੋਂ ਲੈ ਕੇ ਸਾਰੀਆਂ ਸਰਕਾਰਾਂ 'ਤੇ ਸਵਾਲ ਖੜ੍ਹੇ ਹੋ ਰਹੇ ਨੇ। ਕੇਂਦਰ ਸਰਕਾਰ ਦੀ ਭੂਮਿਕਾ ਨੂੰ ਜ਼ਿਆਦਾ ਉੱਪਰ 'ਤੇ ਦੇਖਿਆ ਜਾਂਦਾ, ਜਿਵੇਂ ਯੂਪੀ ਦੀ ਹਾਲਤ ਦੇਖੀਏ ਜਾਂ ਹੋਰ ਹਾਲਤ ਦੀ। ਚੰਡੀਗੜ੍ਹ ਦੇ ਹਾਲਤ ਵੀ ਕੁਛ ਜ਼ਿਆਦਾ ਬਿਹਤਰ ਨਹੀਂ ਹੈ। ਤੁਸੀਂ ਕਿਵੇਂ ਦੇਖਦੇ ਹੋ ਇਸ? ਦੇਖੋ, ਜਦ ਅਸੀਂ ਗੱਲ ਕਰਦੇ ਹਾਂ ਕਿ ਇਹਦਾ ਪ੍ਰਬੰਧਨ ਕਿਵੇਂ ਹੋਇਆ, ਮੈਨੇਜਮੈਂਟ ਕਿਵੇਂ ਹੋਈ ਜੀ, ਤਾਂ ਸਾਨੂੰ ਸਾਰਿਆਂ ਨਾਲੋਂ ਪਹਿਲਾਂ ਗੱਲ ਮਨ ਦੇ ਵਿੱਚ ਇਹੀ ਆਉਂਦੀ ਹੈ ਕਿ ਇਹ ਸਰਕਾਰ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਇਹਨੇ ਜਿਹੜੀਆਂ ਲੋਕਤਾਂਤਰਿਕ ਪਰੰਪਰਾਵਾਂ ਸਨ ਉਹਨਾਂ ਨੂੰ ਇੱਕ ਪਾਸੇ ਰੱਖ ਦਿੱਤਾ ਜੀ। ਹਰ ਇੱਕ ਗੱਲ ਦੇ ਵਿੱਚ ਉਹੀ ਹੋਇਆ ਕਰੋਨਾ ਕੇਸ ਦੇ ਵਿੱਚ।
ਜੀ। ਅਜਿਹੀ ਮਹਾਮਾਰੀ ਜਦੋਂ ਕਿ ਪਿਛਲੇ ਸਾਲ ਇੱਥੇ ਆਈ, ਉਦੋਂ ਪ੍ਰਧਾਨ ਮੰਤਰੀ ਜੀ ਨੇ ਬੜੇ ਉੱਚੀਆਂ ਆਵਾਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹ ਮਹਾਭਾਰਤ ਜਿੱਤਿਆ ਗਿਆ ਸੀ 18 ਦਿਨਾਂ ਦੇ ਵਿੱਚ, ਕਰੋਨਾ ਦੀ ਲੜਾਈ ਜਿੱਤ ਲਵਾਂਗੇ 21 ਦਿਨਾਂ ਦੇ ਵਿੱਚ। ਜੀ। ਲੋਕਾਂ ਤੋਂ ਤਾਲੀਆਂ ਮਰਵਾ ਦਿੱਤੀਆਂ, ਥਾਲੀਆਂ ਵਜਵਾ ਦਿੱਤੀਆਂ, ਸ਼ੰਖ ਵਜਵਾ ਦਿੱਤੇ, ਇਸ ਤਰ੍ਹਾਂ ਦਿਖਾ ਦਿੱਤਾ ਕਿ ਇੱਕ ਪਤਾ ਨਹੀਂ ਕੀ ਅਸੀਂ ਇੱਕ ਬਹੁਤ ਵੱਡਾ ਇੱਥੇ ਉਤਸਵ ਮਨਾਉਣ ਲੱਗੇ ਹਾਂ। ਜੀ। ਤੇ ਨਤੀਜਾ ਇਹ ਹੋਇਆ ਕਿ ਇੱਕ ਉਹ ਜਿਹੜੀ ਲਗਾਤਾਰ ਇਹਨਾਂ ਨੇ 4 ਘੰਟਿਆਂ ਦੇ ਨੋਟਿਸ ਤੇ ਹੀ ਉਸ ਵਕਤ, ਮੈਂ 1 ਸਾਲ ਪਹਿਲਾਂ ਦੀ ਗੱਲ ਕਰਦਾ ਹਾਂ, ਲੋਕਡਾਊਨ ਲਗਾਇਆ। ਜੀ। ਉਹਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਇਕੋਨਮੀ, ਸਾਡੀ ਅਰਥ ਵਿਵਸਥਾ ਕਿੰਨੀ ਬੁਰੀ ਤਰ੍ਹਾਂ ਗਿਰ ਕੇ, ਮਾਲੀ ਹਾਲਾਤ ਦੇਸ਼ ਦੇ ਖਰਾਬ ਹੋ ਗਏ ਸਨ। ਹਾਲੇ ਵੀ ਉਸ ਤੋਂ ਉੱਠੇ ਨਹੀਂ ਸਾਂ ਕਿ ਦੂਜੀ ਵਾਰ ਫਿਰ ਦੂਜੀ ਕਰੋਨਾ ਦੀ ਲਹਿਰ ਫਿਰ ਆ ਗਈ, ਜਿਹੜੀ ਕਿ ਪਹਿਲਾਂ ਨਾਲੋਂ ਵੀ ਭਿਆਨਕ, ਉਦੋਂ ਵੀ ਵੱਡੀ ਬਣੀ। ਇਹ ਅਗਰ ਗੌਰ ਕੀਤਾ ਹੁੰਦਾ, ਅਗਰ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਦਿੱਤਾ ਹੁੰਦਾ, ਲੋਕਾਂ ਦੀ ਗੱਲ ਦੇ ਵਿੱਚ ਵੀ ਸਮਝਿਆ ਹੁੰਦਾ ਕੋਈ ਵਜਨ ਹੋ ਸਕਦਾ ਹੈ। ਇਹ ਨਹੀਂ ਕਿ ਜੋ ਮੇਰੀ ਸੋਚ ਹੈ ਉਹੀ ਸਹੀ ਸੋਚ ਹੈ, ਜੋ ਅਸੀਂ ਕਰਦੇ ਹਾਂ ਉਹੀ ਸਹੀ ਹੈ, ਦੂਜੇ ਜੋ ਕਰਦੇ ਨੇ ਉਹਨਾਂ ਦੀਆਂ ਗੱਲਾਂ ਵਾਜਬ ਨਹੀਂ, ਉਹ ਤਾਂ ਸਿਰਫ ਇੱਕ ਰਾਜਨੀਤੀ ਕਰਦੀਆਂ ਨੇ। ਅਗਰ ਉਹਨਾਂ 'ਤੇ ਇਹ ਇਲਜ਼ਾਮ ਲਗਾ ਕੇ ਉਹਨਾਂ ਦੀ ਗੱਲ ਨੂੰ ਛੱਡ ਦਿੱਤਾ ਜਾਵੇ ਤਾਂ ਉਹਦਾ ਸਿੱਟਾ ਸਾਡੇ ਸਾਹਮਣੇ ਆਇਆ ਹੈ। ਅੱਜ ਦੇ ਦਿਨ ਹਿਸਾਬ ਨਹੀਂ ਕਿ ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਕਿੰਨੀਆਂ ਮੌਤਾਂ ਮੈਨੂੰ ਖੁਦ ਪਤਾ ਹੈ ਕਿ ਜਿਹੜੀਆਂ ਕੋਵਿਡ ਹੋਇਆ ਉਸ ਦੇ ਕਾਰਨ, ਕੋਵਿਡ 12 ਦਿਨਾਂ ਦੇ ਬਾਅਦ ਨੈਗੇਟਿਵ ਆ ਗਿਆ, ਪਰ ਜੋ ਉਦੋਂ ਅਸਰ ਕਰ ਗਿਆ ਤੁਹਾਡੇ ਲੰਗਸ ਦੇ, ਫੇਫੜਿਆਂ 'ਤੇ ਜਾਂ ਕਿਸੇ ਹੋਰ ਚੀਜ਼ ਦੇ, ਉਹਦੇ ਕਾਰਨ ਤੁਹਾਡੀ ਮੌਤ ਹੋ ਜਾਵੇ, ਉਹਨੂੰ ਲਿਖ ਦਿੱਤਾ ਜਾਂਦਾ ਹੈ ਹਾਰਟ ਅਟੈਕ ਜਾਂ ਹੋਰ ਕੋਈ ਗੱਲ। ਉਹ ਕੋਵਿਡ ਦੇ ਵਿੱਚ ਨਹੀਂ ਪਾਈ ਜਾਂਦੀ। ਇਹ ਬਹੁਤ ਅੰਕੜੇ, ਮੈਂ ਕੋਈ ਇਸ 'ਤੇ ਐਕਸਪਰਟ ਨਹੀਂ ਹਾਂ ਕਿ ਮੈਂ ਇਸ 'ਤੇ ਜ਼ਿਆਦਾ ਗੱਲ ਕਹਾਂ, ਪਰ ਇਹ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਜਿੰਨੇ ਅੰਕੜੇ ਅੱਜ ਸਾਡੇ ਦੱਸੇ ਜਾ ਰਹੇ ਨੇ, ਇਹ ਬਹੁਤ ਗ੍ਰੋਸਲੀ ਅੰਡਰ ਰਿਪੋਰਟਡ ਨੇ, ਇਸ ਬਹੁਤ ਹੀ ਘੱਟ ਕੇ ਆਏ ਨੇ। ਅਗਰ ਇਹ ਨਾ ਹੋਇਆ ਹੁੰਦਾ, ਕਿਉਂ ਐਡੀਆਂ ਐਡੀਆਂ ਕਤਾਰਾਂ ਸਾਡੇ ਸ਼ਮਸ਼ਾਨ ਘਾਟਾਂ 'ਤੇ, ਕਬਰਸਤਾਨਾਂ 'ਤੇ, ਸਾਡੇ ਸਿਮੈਟਰੀਜ਼ 'ਤੇ ਲੱਗੀਆਂ ਪਈਆਂ ਹੁੰਦੀਆਂ, ਜਿੱਥੇ ਕਿ ਲੋਕਾਂ ਨੂੰ ਮੌਕਾ ਨਹੀਂ ਮਿਲ ਰਿਹਾ, ਵਾਰੀ ਨਹੀਂ ਉਹਨਾਂ ਦੀ ਆ ਰਹੀ ਆ ਉਹਨਾਂ ਦਾ ਅਖੀਰਲੀ ਜੋ ਅੰਤਿਮ ਸੰਸਕਾਰ ਕਰਨ ਦੇ ਵਾਸਤੇ। ਆਪਣੇ ਜਿਹੜੇ ਲੋਕ ਮ੍ਰਿਤਕ ਉਹਨਾਂ ਦੇ ਪਰਿਵਾਰਾਂ 'ਚ ਹੋ ਗਏ, ਕਿਸੇ ਪਾਸੇ ਨਜ਼ਰ ਮਾਰ ਕੇ ਵੇਖ ਲਈਏ, ਹਰ ਇੱਕ ਪਰਿਵਾਰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਕੋਲ ਇਹਦੀ ਕੋਈ ਚਾਬੀ ਹੈ ਕਿ ਅਸੀਂ ਇਹਨੂੰ ਇੱਕੋਦਮ ਕਰ ਦਿੰਦੇ, ਪਰ ਸਾਰਿਆਂ ਦੀ ਰਾਏ ਲੈ ਕੇ ਜੋ ਵਿਚਾਰ ਦੱਸ ਰਹੇ ਸਾਂ ਕਿ ਅਸੀਂ 1.25 ਸਾਲ ਦੇ ਵਿੱਚ ਜਿਹੜੇ ਕਦਮ ਉਠਾਏ ਜਾਣੇ ਚਾਹੀਦੇ ਸਨ ਕਿ ਆਕਸੀਜਨ ਹਿੰਦੁਸਤਾਨ, ਅਸੀਂ ਕਹਿਣ ਲੱਗੇ ਹਾਂ ਕਿਸ ਤਰ੍ਹਾਂ, ਫਿਰ ਪ੍ਰਧਾਨ ਮੰਤਰੀ ਜੀ ਬੋਲ ਰਹੇ ਨੇ, ਕਹਿ ਰਹੇ ਨੇ ਅਸੀਂ ਤਾਂ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਬਣ ਗਏ, ਅਸੀਂ ਤਾਂ ਸਾਰਿਆਂ ਨੂੰ ਦਿਖਾ ਦਿੱਤਾ ਕਿ ਕਰੋਨਾ ਦੀ ਲੜਾਈ ਕਿਵੇਂ ਜੰਗ ਜਿੱਤਿਆ ਜਾਂਦਾ। ਅਸੀਂ ਲੜਾਈਆਂ ਜਿੱਤਣ ਦੀਆਂ ਗੱਲਾਂ ਕਰਦੇ ਹਾਂ, ਨਾਲ ਦੀ ਨਾਲ ਸਾਡੇ 'ਤੇ ਵਿਪਤਾ ਆ ਪਈ। ਸਾਡੇ ਪਾਸ ਆਕਸੀਜਨ ਨਹੀਂ, ਕਿ ਸਾਰਿਆਂ ਨਾਲੋਂ ਪਹਿਲੀ ਚੀਜ਼ ਤਾਂ ਇੱਕ ਆਕਸੀਜਨ ਦੀ ਹੈ। ਬੈੱਡਸ ਵਗੈਰਾ ਤਾਂ ਫਿਰ ਬਾਤ ਨੇ, ਸਾਰੇ ਸਕੂਲਾਂ ਨੂੰ, ਕਾਲਜਾਂ ਨੂੰ, ਹਰੀ ਜਗ੍ਹਾ ਨੂੰ ਟੈਂਪਰੇਰੀ ਬਣਾਏ ਜਾ ਸਕਦੇ ਨੇ, ਸਭ ਕੁਝ ਨਾ ਹੋਵੇ, ਪਰ ਆਕਸੀਜਨ ਤਾਂ ਇੱਕ ਬੁਨਿਆਦੀ ਚੀਜ਼ ਹੈ ਜਿਹੜੀ ਇਹਦੇ ਟ੍ਰੀਟਮੈਂਟ ਵਾਸਤੇ ਲੋੜ ਹੈ, ਨਹੀਂ ਹੈ ਤੁਹਾਡੇ। ਹਾਂ, ਮੈਡੀਸਨ ਦੀ ਗੱਲ ਕਰੀਏ ਤਾਂ ਆਪਾਂ ਮੈਡੀਸਨ ਭਾਰਤ ਨੇ ਬਣਾਈ, ਉਦੋਂ ਆਪਾਂ ਬਹੁਤ ਗੱਲਾਂ ਸੁਣੀਆਂ ਸੀ ਕਿ ਇੰਨੀ ਦਵਾਈ ਅਸੀਂ ਬਾਹਰਲੇ ਦੇਸ਼ਾਂ ਨੂੰ ਵੇਚਤੀ, ਹੁਣ ਆਪਣੇ ਵਾਸਤੇ ਕਮੀ ਹੈ। ਬਿਲਕੁਲ ਇਹੀ ਗੱਲ ਮੈਂ ਕਹਿ ਰਿਹਾ ਸਾਂ ਜੀ। ਪਹਿਲਾਂ ਤਾਂ ਇਹ ਵੀ ਗਲਤ ਕਿਹਾ ਗਿਆ ਸੀ ਕਿ ਇਹ ਸਾਡੀ ਬਣਾਈ ਹੋਈ ਹੈ, ਟੈਲੀਫੋਨਾਂ 'ਤੇ ਰੋਜ਼ਾਨਾ ਉਹ ਸੁਣਦੇ ਆ। ਇਹ ਰਿਸਰਚ ਬਾਹਰ ਹੋਈਆਂ ਨੇ, ਉਹ ਰਿਸਰਚ ਬਾਹਰ ਹੋਈ ਹੈ ਆਕਸਫੋਰਡ, ਉਹ ਜਿਹੜੀ ਜਨੇਕਾ ਜਿਨ੍ਹਾਂ ਦੀ ਸਾਡੇ ਪਾਸ ਇੱਥੇ ਦਵਾਈ ਵਰਤੀ ਜਾ ਰਹੀ ਸੀ ਕੋਵਿਡਸ਼ੀਲਡ, ਇਹਦੀ ਮੈਨੂਫੈਕਚਰਿੰਗ ਇੱਥੇ ਹੈ। ਹਿੰਦੁਸਤਾਨ ਦੁਨੀਆ ਦਾ ਵੈਕਸੀਨ ਦਾ ਪ੍ਰੋਡਿਊਸਰ ਸਾਰਿਆਂ ਨਾਲੋਂ ਵੱਡਾ ਹੈ ਜੀ। ਵੈਸੇ ਪਹਿਲਾਂ ਦਾ ਇਹ ਵੈਕਸੀਨ, ਇਹ ਹੁਣ ਦੂਜੀ ਨਵੀਂ ਹੈ ਵੈਕਸੀਨ, ਤਾਂ ਹਰ ਇੱਕ ਤਰ੍ਹਾਂ ਦੀ ਹੈ ਨਾ, ਅਲੱਗ-ਅਲੱਗ ਬਿਮਾਰੀਆਂ ਵਾਸਤੇ ਉਹਦੀ ਵੈਕਸੀਨ ਹੈ। ਕਿੰਨੇ ਤੋਂ ਪਹਿਲਾਂ ਸ਼ੁਰੂ ਹੋਈ, ਸਾਨੂੰ ਵੱਡੇ ਮੈਨੂਫੈਕਚਰਰ ਅਸੀਂ ਬਣੇ। ਪਰ ਇਹ ਕੋਵਿਡ ਦੀ ਜਿਹੜੀਆਂ ਹੋਈਆਂ ਬਾਹਰ ਰਿਸਰਚ ਹੋਈਆਂ, ਸਾਡੇ ਕੋਲ ਕਿਉਂਕਿ ਫੈਸਿਲਿਟੀਜ਼ ਜ਼ਿਆਦਾ ਨੇ ਮੈਨੂਫੈਕਚਰਿੰਗ ਦੀਆਂ, ਉਹ ਇੱਥੇ ਆਏ। ਇੱਥੇ ਉੱਥੇ ਸਾਡੇ ਇੱਥੋਂ ਦੇ ਜਿਹੜੀਆਂ ਫਾਰਮਾ ਕੰਪਨੀਜ਼ ਨੇ ਉਹਨਾਂ ਨੇ ਉਹਨੂੰ ਮੈਨੂਫੈਕਚਰ ਕੀਤਾ। ਇੱਕ ਚੀਜ਼ ਅਸੀਂ ਵਾਰ-ਵਾਰ ਕਹਿੰਦੇ ਰਹੇ ਹਾਂ ਕਿ ਕੰਪਲਸਰੀ ਲਾਇਸੈਂਸਿੰਗ ਕਰ ਦਿਓ। ਕੰਪਲਸਰੀ ਲਾਇਸੈਂਸਿੰਗ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਇੱਕ ਐਮਰਜੈਂਸੀ ਹੋ ਜਾਏ, ਆਪਾਤਕਾਲ ਹਾਲਾਤ ਬਣ ਜਾਣ, ਉਦੋਂ ਜਿਹੜੀ ਪੇਟੈਂਟ ਕਾਨੂੰਨ ਹੁੰਦਾ ਹੈ ਉਹਨੂੰ ਪਾਸੇ ਰੱਖ ਦਿੱਤਾ ਜਾਂਦਾ ਹੈ ਜੀ। ਅਤੇ 2 ਕੰਪਨੀਆਂ ਦੀ ਜਗ੍ਹਾ ਜਾਂ 5 ਕੰਪਨੀਆਂ ਦੀ ਜਗ੍ਹਾ 17-18 ਕੰਪਨੀਆਂ ਇਹੀ ਦਵਾਈ ਇੱਥੇ ਵੱਡੀਆਂ ਕੰਪਨੀਜ਼ ਨੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਉਹ ਬਣਾ ਸਕਦੀਆਂ ਨੇ, ਘੱਟ ਕੀਮਤ 'ਤੇ ਦਿੱਤੀਆਂ ਜਾ ਸਕਦੀਆਂ ਨੇ। ਮੇਰੀ ਰਾਏ ਇਹ ਹੈ, ਜਿਹੜੀ ਕਿ ਮੈਂ ਹੋਰਾਂ ਇੱਧਰ ਉੱਧਰ ਪੜ੍ਹ ਕੇ ਹੀ ਵੇਖੀ ਹੈ, ਉਸ 'ਤੇ ਗੌਰ ਕਰਦਾ ਰਿਹਾ ਹਾਂ, ਕਿ ਇਹ ਜਿਹੜੀ ਸਰਕਾਰ ਦੀ ਨੀਤੀ ਬਣ ਗਈ, 3 ਰੇਟ ਰੱਖ ਦਿੱਤੇ। ਕੇਂਦਰ ਸਰਕਾਰ ਵਾਸਤੇ 1 ਰੇਟ, ਸੂਬੇ ਦੀਆਂ ਸਰਕਾਰਾਂ ਵਾਸਤੇ 1 ਰੇਟ ਅਤੇ ਪ੍ਰਾਈਵੇਟ ਹਸਪਤਾਲਾਂ ਵਾਸਤੇ 1 ਰੇਟ ਅਲੱਗ-ਅਲੱਗ। ਕਿਉਂ? ਇਹੋ ਜਿਹੀ ਗੱਲ ਵਾਸਤੇ 1 ਰੇਟ ਹੋਣਾ ਚਾਹੀਦਾ ਸੀ। ਕੇਂਦਰ ਸਰਕਾਰ ਇਹਨੂੰ ਆਪਣੇ ਜ਼ਿੰਮੇ ਲੈਂਦੀ,
ਜਿੱਥੇ ਤਾਂ ਵਿਕੇਂਦਰੀਕਰਨ ਕਰਨਾ ਹੁੰਦਾ ਹੈ ਉੱਥੇ ਤਾਂ ਕੇਂਦਰੀਕਰਨ ਕਰ ਦਿੰਦੇ ਨੇ, ਜਿੱਥੇ ਕੇਂਦਰੀਕਰਨ ਕਰਨਾ ਹੁੰਦਾ ਉੱਥੇ ਵਿਕੇਂਦਰੀਕਰਨ ਲੱਗੇ ਨੇ ਕਰਨ ਜੀ। ਅਜੀਬ ਜੀ ਹਾਲਾਤ ਇਹ ਬਣਾਉਣ ਲੱਗੇ ਨੇ। ਫੈਡਰਲ ਸਟਰਕਚਰ ਜਿੱਥੇ ਖਤਮ ਕਰਨਾ ਹੈ ਖਤਮ ਕਰ ਦਿਓ, ਜਿੱਥੇ ਸਟੇਟਾਂ ਦੇ ਜਿਵੇਂ ਕੰਮ ਪਾਣਾ ਉਹਨਾਂ ਦੇ ਪਾ ਦਿਓ। ਹੁਣ ਵੈਕਸੀਨ ਦਾ ਸਟੇਟਾਂ ਦੇ ਜਿਵੇਂ ਪਾ ਦਿੱਤਾ ਜੀ। ਕੀ ਨਹੀਂ ਸੀ ਚਾਹੀਦਾ ਕਿ ਕੇਂਦਰ ਸਰਕਾਰ ਸਾਰੀ ਵੈਕਸੀਨ ਲੈਂਦਾ, ਸਾਰੀਆਂ ਸਟੇਟਾਂ ਦੇ ਵਿੱਚ ਵੰਡ ਦੇ, ਜੀ ਸਾਰੀਆਂ ਸਟੇਟਾਂ 'ਚ ਵੰਡ ਦੇ। ਪੰਜਾਬ ਨੂੰ ਬੜੀ ਮੁਸ਼ਕਿਲ ਨਾਲ ਵੱਧ ਤੋਂ ਮਿਲੀ ਵੱਧ ਤੁਸੀਂ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਦੇ ਵਿੱਚ ਕੋਈ ਜ਼ਿਆਦਾ ਸક્ષਮ ਹੋਣ, ਜਿਹੜੇ ਲੋਕਾਂ ਦੇ ਪਾਸ 4 ਪੈਸੇ ਹੋਣ, ਉਹ ਕਰ ਸਕਦੇ ਹੋਣ, ਥੋੜ੍ਹਾ ਜਿਹਾ ਸ਼ਾਇਦ ਫਰਕ ਰੱਖ ਲੈਂਦੇ। ਪਰ ਕੇਂਦਰ ਸਰਕਾਰ ਅਤੇ ਸਟੇਟ ਸਰਕਾਰ, ਦੋ ਸਰਕਾਰਾਂ ਦੇ ਅਲੱਗ-ਅਲੱਗ ਰੇਟ, ਕੀ ਮਤਲਬ ਹੈ? ਮੇਰੀ ਰਾਏ ਇਹ ਹੈ, ਜਿਹੜੀ ਮੈਂ ਦੱਸਣਾ ਚਾਹੁੰਦਾ ਸਾਂ ਕਿ 175 ਰੁਪਏ ਦਾ ਜੀ ਇੱਕ ਡੋਜ਼, ਇਹਦੀ ਇੱਕ ਜਿਹੜਾ ਟੀਕਾ ਪੈ ਸਕਦਾ ਹੈ ਜੀ। 175 ਦਾ ਇੱਕ ਪਵੇ ਤਾਂ 2 ਲਗਾਉਣੇ ਹੋਣ ਤਾਂ 350 ਜੀ। 350 ਰੁਪਏ ਦੇ ਨਾਲ ਅਗਰ ਲੱਗਣੇ ਹੋਣ ਤਾਂ 100 ਕਰੋੜ ਆਬਾਦੀ ਨੂੰ ਤੁਸੀਂ ਹਿੰਦੁਸਤਾਨ ਦੀ ਨੂੰ ਅਗਰ ਕਵਰ ਕਰਨਾ ਹੋਵੇ ਤਾਂ 35,000 ਕਰੋੜ ਰੁਪਈਆ ਲੱਗੇਗਾ ਜੀ। ਇਹ ਬਜਟ ਦੇ ਵਿੱਚ 35,000 ਕਰੋੜ ਰੁਪਈਏ ਦਾ ਪ੍ਰਾਵਧਾਨ ਕੀਤਾ ਸੀ, ਪਾਰਲੀਮੈਂਟ ਨੇ ਪਾਸ ਕੀਤਾ ਹੋਇਆ ਹੈ। ਕਿਉਂ ਨਹੀਂ ਖਰਚ ਰਹੇ? ਕਿਉਂ ਲੋਕਾਂ 'ਤੇ ਪਾ ਰਹੇ ਹੋ? ਲੋਕਾਂ ਦੀਆਂ ਤੁਸੀਂ ਸਾਰਾ ਦਿਨ ਟੈਲੀਵਿਜ਼ਨ 'ਚ ਸੁਣਦੇ ਹਾਂ, ਸ਼ਮਸ਼ਾਨ ਘਾਟ ਦੇ ਵਿੱਚ 20,000 ਰੁਪਈਆ। ਰਾਤ ਹੀ ਮੈਂ ਸੁਣ ਰਿਹਾ ਸਾਂ, ਮਿਲਟਰੀ ਹਸਪਤਾਲ ਦੇ ਵਿੱਚੋਂ ਇਲਾਹਾਬਾਦ ਸ਼ਾਇਦ ਉਹ ਬਾਹਰ ਆਏ, ਉੱਥੋਂ ਐਂਬੂਲੈਂਸ 'ਤੇ ਖਰਚਾ, ਸ਼ਮਸ਼ਾਨ ਘਾਟ 'ਤੇ ਖਰਚਾ। ਉਹ ਕਹਿੰਦਾ ਮੈਂ ਇੱਕ ਗਰੀਬ ਆਦਮੀ ਹਾਂ, ਮੇਰੇ ਆਪਣੇ ਮਾਤਾ ਜੀ ਨੂੰ ਉਹਨਾਂ ਦਾ ਇਹ ਅੰਤਿਮ ਸੰਸਕਾਰ ਕਰਨ ਵਾਸਤੇ ਵੀ ਮੈਨੂੰ ਹਸਪਤਾਲ ਤੋਂ ਇੱਥੇ ਤੱਕ 20,000 ਰੁਪਈਆ ਲੱਗ ਗਿਆ। ਕੀ ਉਹ ਲੋਕ ਲਗਾ ਸਕਦੇ ਨੇ? ਕੀ ਹੋਇਆ ਪਿਆ ਇਸ ਵਕਤ ਸਾਡੇ ਇਸ ਦੇ ਵਿੱਚ? ਇਸ ਲਈ ਸਰਕਾਰ 'ਤੇ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ, ਜਿਹੜੀ ਕਿ ਅੱਜ ਨਜ਼ਰ ਨਹੀਂ ਆਉਂਦੀ। ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਕਿਤੇ ਨਾ ਕਿਤੇ ਸਰਕਾਰ ਤੁਹਾਨੂੰ ਗਾਇਬ ਹੋਈ ਨਜ਼ਰ ਆਉਂਦੀ ਹੈ ਗੱਲਾਂ 'ਚ। ਚਲੋ ਇਹ ਕਰੋਨਾ ਦੇ ਪ੍ਰਬੰਧਾਂ ਦੀ ਗੱਲ ਹੋਈ। ਹੁਣ ਆਪਾਂ ਚੁਣਾਵੀ ਸਾਲ ਹੈ ਐਤਕੀ ਆਪਣਾ, ਅਤੇ ਐਤਕੀ ਆਪਣੀ ਪਾਰਟੀ ਨੇ ਪ੍ਰਧਾਨ ਵੀ ਚੇਂਜ ਕੀਤਾ, ਅਤੇ ਤੁਸੀਂ ਉਸ ਟਾਈਮ ਔਨ ਸਟੇਜ ਕਿਹਾ ਸੀਗਾ ਕਿ ਜਿਹੜੇ ਪ੍ਰਧਾਨ ਹੁਣ ਲਗਾਏ ਨੇ ਸੁਭਾਸ਼ ਚਾਵਲਾ, ਜਿਨ੍ਹਾਂ ਨੂੰ 20 ਸਾਲ ਪਹਿਲਾਂ ਪ੍ਰਧਾਨ ਹੋ ਜਾਣਾ ਚਾਹੀਦਾ ਸੀਗਾ। ਹੁਣ ਪਹਿਲਾਂ ਤਾਂ ਇਹ ਸਵਾਲ ਦਾ ਜਵਾਬ ਦਿਓ ਕਿ ਜੇ ਛਾਵੜਾ ਜੀ ਨੂੰ ਪਹਿਲੇ ਪ੍ਰਧਾਨ ਨੂੰ ਚੇਂਜ ਕਰਨ ਦਾ ਮਕਸਦ ਕੀ ਹੈ? ਹੁਣ ਇਲੈਕਸ਼ਨ ਹੈ ਜਾਂ ਕੁਛ ਹੋਰ ਚੀਜ਼? ਕੁਛ ਨਹੀਂ, ਹਰ ਇੱਕ ਚੱਲਦਾ ਰਹਿੰਦਾ ਹੈ, ਹਮੇਸ਼ਾ ਬਦਲਦੇ ਰਹਿੰਦੇ ਨੇ। ਉਹਨਾਂ ਨੂੰ 6 ਸਾਲ ਹੋ ਗਏ ਸਨ ਜੀ, ਉਹਨਾਂ ਦਾ ਵੀ ਕਾਫੀ ਸਮੇਂ ਹੋ ਗਿਆ ਸੀ। 6 ਸਾਲ ਸਮੇਂ ਕੋਈ ਘੱਟ ਨਹੀਂ ਹੁੰਦਾ। ਉਸ ਤੋਂ ਬਾਅਦ ਹੁਣ ਸਾਰਾ ਗੱਲਾਂ ਨੂੰ ਵੇਖਦੇ ਹੋਏ ਕਿ ਇੱਕ ਨਵੀਂ ਟੀਮ ਫਿਰ ਤਿਆਰ ਕਰਕੇ ਇਲੈਕਸ਼ਨਾਂ ਦੇ ਵਾਸਤੇ ਪਈਏ, ਉਹਦੇ ਵਿੱਚ ਉਹ ਹੈ, ਇਹ ਕਿਸੇ 'ਤੇ ਕੋਈ ਟਿੱਪਣੀ ਨਹੀਂ, ਕਿਸੇ 'ਤੇ ਕੋਈ ਕਮੈਂਟ ਨਹੀਂ ਕਿਸੇ ਤਰ੍ਹਾਂ ਦਾ। ਪਰ ਇਹ ਪਾਰਟੀ ਨੇ ਹੁਣ ਮਹਿਸੂਸ ਕੀਤਾ ਸੀ ਕਿ ਸੁਭਾਸ਼ ਚਾਵਲਾ ਜੀ ਬਹੁਤ ਤਜਰਬੇਕਾਰ ਨੇ, ਮੇਅਰ ਵੀ ਰਹੇ ਹੋਏ ਨੇ। ਜਿਹੜਾ ਕਿ ਤੁਸੀਂ 20 ਸਾਲ ਵਾਲੀ ਗੱਲ ਕਹੀ, ਮੈਨੂੰ ਉਹੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ। ਇਸ ਵਕਤ ਜਿਹੜੇ ਐਕਟਿਵ ਕਾਂਗਰਸ ਦੇ ਵਿੱਚ ਹਨ, ਪੁਰਾਣੇ ਸੀਨੀਅਰ ਤਾਂ ਸਾਡੇ ਨਾਲੋਂ ਰਾਮਪਾਲ ਸ਼ਰਮਾ ਜੀ ਵਰਗੇ ਵੀ ਕੋਈ ਹੈਗੇ, ਪਰ ਜਿਹੜੇ ਕਿ ਐਕਟਿਵ ਨੇ ਪਾਰਟੀ ਦੇ ਹਾਲੇ ਪੋਲੀਟਿਕਸ ਦੇ ਵਿੱਚ, ਪਬਲਿਕ ਲਾਈਫ ਦੇ ਵਿੱਚ, ਉਹਦੇ ਵਿੱਚ ਜਿਹੜੇ 70s ਦੇ ਵਿੱਚੋਂ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ, ਉਹਨਾਂ 'ਚ ਮੈਂ ਹਾਂ, ਸੁਭਾਸ਼ ਚਾਵਲਾ ਜੀ ਨੇ। ਇਸ ਕਰਕੇ ਇਸ ਵਕਤ ਮਹਿਸੂਸ ਕੀਤਾ ਕਿ ਅਗਰ ਇੱਕ ਬਦਲਣਾ ਹੈ ਤਾਂ ਜਿਹੜਾ ਕਿ ਸਾਰਿਆਂ ਨੂੰ ਕੋਈ ਇੱਕ ਸੀਨੀਅਰ ਹੋਵੇ, ਜਿਹਨੂੰ ਸਾਰੇ ਐਕਸੈਪਟ ਕਰ ਲੈਣ, ਇਸ ਢੰਗ ਦੇ ਨਾਲ ਚੱਲੇ ਕਿ ਜਿਹਦੇ ਦੇ ਨਾਲ ਇੱਕ ਨਵੇਂ ਜੋਸ਼ ਦੇ ਨਾਲ ਟੀਮ ਚੱਲੇ ਇਲੈਕਸ਼ਨਾਂ ਦੇ ਵਾਸਤੇ, ਉਹਦੇ ਹਿਸਾਬ ਨਾਲ ਇਹ ਬਣਾਇਆ ਗਿਆ ਹੈ। ਕਾਫੀ ਵਿਰੋਧ ਦੀਆਂ ਸੁਰਾਂ ਵੀ ਉੱਠੀਆਂ ਸੀ, ਕਈਆਂ ਨੇ ਅਸਤੀਫੇ ਦਿੱਤੇ ਸੀ, ਕਈਆਂ ਨੇ ਮੇਰਾ ਖਿਆਲ ਨਹੀਂ ਸੀ। ਕਈ ਵਾਰ ਮੀਡੀਆ ਦੇ ਵਿੱਚ ਗੱਲ ਵੱਧ ਲੱਗ ਜਾਂਦੀ ਹੈ। ਅੱਛਾ ਜੀ। ਅਗਰ ਤੁਸੀਂ ਗੰਭੀਰਤਾ ਦੇ ਨਾਲ ਡੂੰਘਾਈ ਦੇ ਵਿੱਚ ਵੇਖੋ, ਕੋਈ ਕਿਸੇ ਤਰ੍ਹਾਂ ਦੀ ਕੋਈ ਡਾਈਸੈਂਟ ਨਹੀਂ, ਕਿਸੇ ਦੇ ਵੱਲੋਂ ਇਹ ਨਹੀਂ ਕੋਈ ਅਸਤੀਫੇ ਕੋਈ ਇੱਕ ਨੇ ਅਸਤੀਫਾ ਦੇ ਦਿੱਤਾ, ਅਗਲੇ ਦਿਨ ਕਿਹਾ ਮੈਂ ਇੱਕ ਗਲਤਫਹਿਮੀ ਹੋ ਗਈ, ਮੈਨੂੰ ਗੱਲ ਦੀ ਸਮਝ ਨਹੀਂ ਸੀ। ਖੁਦ ਉਹ ਬਹੁਤ ਪੜ੍ਹੇ ਲਿਖੇ ਚੰਗੇ ਇਨਸਾਨ ਨੇ, ਪਰ ਉਹ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਸਨ ਰਹੇ। ਉਹਨਾਂ ਨੇ ਇਹ ਗੱਲ ਕਹੀ, ਅਗਲੇ ਦਿਨ ਉਹਨਾਂ ਨੇ ਬਦਲ ਲਿੱਤਾ, ਅਤੇ ਕੋਈ ਅਸਤੀਫੇ ਇਸ 'ਤੇ ਕੋਈ ਰਿਐਕਸ਼ਨ ਕਿਸੇ ਤਰ੍ਹਾਂ ਦੀ ਨਹੀਂ ਹੋਈ। ਚਲੋ ਸਾਰਿਆਂ ਨੇ ਇਹਨੂੰ ਗੱਲ ਨੂੰ ਵੈਲਕਮ ਕੀਤਾ, ਸਾਰਾ ਅੱਛਾ ਕੀਤਾ, ਬੜੇ ਜ਼ੋਰ ਨਾਲ ਕੰਮ ਸ਼ੁਰੂ ਹੋ ਗਿਆ ਸੀ। ਦੇਖੋ ਇੱਕ ਜਗ੍ਹਾ 'ਤੇ ਜਾ ਕੇ ਜਿਹੜਾ ਕਿ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਜਿਹੜੇ ਕੰਮਾਂ ਦੇ ਵਿੱਚ ਨਾਕਾਮ ਰਹੀ ਸੀ, ਫੇਲ ਰਹੀ ਸੀ, ਉਹਨਾਂ ਦੇ ਵਾਸਤੇ ਉਹਨਾਂ ਦੇ ਕਾਉਂਸਲਰਾਂ ਦੇ ਘਰਾਂ ਦੇ ਅੱਗੇ ਜਾ ਕੇ ਉਹਨਾਂ ਨੂੰ ਮੈਮੋਰੈਂਡਮ ਦੇਣ ਦਾ ਕੰਮ ਸ਼ੁਰੂ ਕੀਤਾ। ਉਸ ਸਰਕਾਰ ਨੇ ਉਹਦੇ ਵਿੱਚ ਰਾਸਤੇ 'ਚ ਡੀਕੇ ਲਗਾਉਣੇ ਦੀ ਕੋਸ਼ਿਸ਼ ਕੀਤੀ, ਪਰ ਇੰਨੇ 'ਚ ਕਰੋਨਾ ਦੇ ਕਾਰਨ, ਉਹ ਲੋਕਡਾਊਨ ਦੇ ਕਾਰਨ ਉਹ ਕੰਮ ਬੰਦ ਹੋ ਗਿਆ। ਪਰ ਹਾਲੇ ਵੀ ਕੁਛ ਨਾ ਕੁਛ ਕਾਂਗਰਸ ਕਰਦੀ ਜਾ ਰਹੀ ਹੈ। 3 ਅਸੀਂ ਇਹ ਦਿਨਾਂ ਦੇ ਵਿੱਚ ਕਰੋਨਾ ਦੇ ਵਾਸਤੇ ਕਾਂਗਰਸ ਭਵਨ ਦੇ ਵਿੱਚੋਂ ਐਂਬੂਲੈਂਸਿਸ ਚਲਾਈਆਂ ਜੀ। ਆਕਸੀਜਨ ਯੁਕਤ ਨੇ, ਆਕਸੀਜਨ ਵਿੱਚ ਉਹਨਾਂ ਦੇ ਲੱਗਿਆ ਹੁੰਦਾ, ਜਗ੍ਹਾ ਜਗ੍ਹਾ ਉਹਨਾਂ ਨੂੰ ਮੰਗਿਆ ਜਾਂਦਾ, ਉੱਥੇ ਉਹਨਾਂ ਨੂੰ ਭੇਜਦੇ ਨੇ। ਪੂਰੇ ਟਰਾਈ ਸਿਟੀ ਦੇ ਵਿੱਚ ਜੀ, ਚੰਡੀਗੜ੍ਹ ਦੇ ਵਿੱਚੋਂ ਕਿਤੇ ਲੈ ਕੇ ਜਾਣਾ ਹੈ, ਜਾਂ ਚੰਡੀਗੜ੍ਹ ਦੇ ਇੱਥੋਂ ਕਿਸੇ ਨੂੰ ਹੋਰ ਹਸਪਤਾਲ 'ਚ ਲੈ ਕੇ ਜਾਣਾ ਹੈ, ਕਿਸੇ ਨੂੰ ਲਿਆਉਣਾ ਹੈ, ਕਦੇ ਕਿਸੇ ਕੇਸ ਵਿੱਚ ਬਾਹਰ ਜਾ ਕੇ ਵੀ, ਜਿਵੇਂ ਬਨੂੜ ਤੋਂ ਵੀ ਲਿਆਂਦਾ, ਇੱਥੇ ਹੋਰ ਜਗ੍ਹਾ ਨਹੀਂ ਮਿਲਿਆ, 2 ਘੰਟੇ ਉਹ
ਇਹੀ ਆਕਸੀਜਨ ਵਰਤਦੇ ਰਹੇ, ਕਿਉਂਕਿ ਹੋਰ ਜਗ੍ਹਾ ਹਾਲੇ ਬੈੱਡ ਦਾ ਇੰਤਜ਼ਾਮ ਨਹੀਂ ਸੀ ਹੋਇਆ ਹਸਪਤਾਲ ਦੇ ਵਿੱਚ। ਇਸ ਤਰ੍ਹਾਂ ਦੀ ਉਹ ਸੇਵਾ ਕਰਦੇ ਜਾ ਰਹੇ ਹੈ। ਹੁਣ 21 ਤਰੀਕ ਨੂੰ ਚੰਗਾ ਵੱਡਾ ਇੱਕ ਪ੍ਰੋਗਰਾਮ ਫੇਰ 50,000 ਤੋਂ ਉੱਪਰ 70,000 ਸ਼ਾਇਦ ਉਹ ਮਾਸਕ ਉਹਨਾਂ ਨੇ ਲੈ ਲਿੱਤੇ ਨੇ, ਹੋਰ ਹਾਲੇ ਲੋਕ ਕਹਿ ਰਹੇ 70,000 ਮਾਸਕ ਜੀ। ਵੈਸੇ 1 ਲੱਖ ਮਾਸਕ ਦਾ ਉਹ ਸ਼ਾਇਦ ਟਾਰਗੇਟ ਬਣਾ ਰਹੇ ਨੇ। ਉਹਦੇ ਵਾਸਤੇ 21 ਨੂੰ ਵੰਡਿਆ ਜਾਏਗਾ, ਜਦੋਂ ਰਾਜੀਵ ਜੀ ਦੀ ਪੁੰਨ ਤਿਥੀ ਹੈ ਉਹਨਾਂ ਦਾ। ਚੰਡੀਗੜ੍ਹ ਦਾ ਕਾਂਗਰਸ ਦੀ ਸਿਆਸਤ ਦੀ ਅਗਵਾਈ ਹਮੇਸ਼ਾ ਤੁਸੀਂ ਕੀਤੀ ਹੈ। ਹੁਣ ਚੁਣਾਵੀ ਸਾਲ ਹੈ, 26 ਤੋਂ 35 ਵਾਰਡ ਹੋ ਗਏ ਨੇ ਜੀ। ਹੁਣ ਤੁਹਾਡੀ ਕੀ ਨੀਤੀ ਰਹੂਗੀ ਇਸ ਵਿੱਚ ਕੰਮ ਕਰਨ ਦੀ? ਕੀ ਏਜੰਡੇ ਰਹਿਣਗੇ? ਜਾਂ ਰੂਲਿੰਗ ਪਾਰਟੀ ਕਿੱਥੇ ਫੇਲ ਹੋਈ, ਕਿਸ ਨੂੰ ਲੈ ਕੇ ਚੱਲੋ? ਰੂਲਿੰਗ ਪਾਰਟੀ ਹਰ ਇੱਕ ਪੱਖੋਂ ਫੇਲ ਹੋਈ ਜੀ। 5 ਸਾਲਾਂ ਦੇ ਵਿੱਚ ਦਿਖਾ ਦੇਣ ਚੰਡੀਗੜ੍ਹ ਦੇ ਵਿੱਚ ਕੀ ਕੰਮ ਹੋਇਆ। ਜਿੰਨੇ ਕਿ ਸਾਨੂੰ ਕੇਂਦਰ ਤੋਂ ਪੈਸੇ ਮਿਲਦੇ ਸਨ ਹਮੇਸ਼ਾ, ਜੀ, ਆਏ ਸਾਲ ਵਧਣ ਦੀ ਜਗ੍ਹਾ ਘਟ ਗਏ। ਅੰਕੜੇ ਮੈਂ ਤੁਹਾਨੂੰ ਦੇਵਾਂ ਕਿ ਜਿਹੜੇ 2014 ਦੇ ਵਿੱਚ ਇੰਟਰਿਮ ਬਜਟ ਬਣਾਈ ਸੀ ਚੰਡੀਗੜ੍ਹ ਵਾਸਤੇ, ਉਹਨੇ ਪੈਸੇ ਅੱਜ ਤੱਕ ਵੀ ਨਹੀਂ ਆਏ 7 ਸਾਲਾਂ ਦੇ ਬਾਅਦ। ਇਹ ਹਾਲਾਤ ਚੰਡੀਗੜ੍ਹ ਦਾ ਹੋਇਆ। ਕਾਰਪੋਰੇਸ਼ਨ ਦੇ ਪਾਸ ਸੜਕਾਂ ਦੀ ਰਿਪੇਅਰ ਕਰਨ ਵਾਸਤੇ ਪੈਸੇ ਨਹੀਂ ਹਨ, ਕਿਸੇ ਕੰਮ ਦੇ ਪਾਸ ਵਾਸਤੇ ਇੱਥੇ ਪੈਸੇ ਨਹੀਂ ਹਨ। ਪਾਣੀ ਦਾ ਰੇਟ 3 ਗੁਣਾ ਵਧਾ ਦਿੱਤਾ ਜੀ, ਅਤੇ 30% ਉਸ 'ਤੇ ਸੈਸ ਲਗਾਇਆ ਹੋਇਆ ਹੈ, ਸੀਵਰ ਸੈਸ। ਅੰਦਾਜ਼ਾ ਲਗਾਓ ਤੁਸੀਂ ਪਾਣੀ ਦਾ ਰੇਟ ਕਿੱਡਾ ਵੱਡਾ ਕਰ ਦਿੱਤਾ। ਫਿਰ ਇਹਨਾਂ ਤੋਂ ਕੰਮ ਨਹੀਂ ਸਮ ਰਿਹਾ, ਹਰ ਇੱਕ ਚੀਜ਼ ਦੇ ਰੇਟ ਵਧਾ ਰਹੇ ਨੇ। ਇੱਕੋ ਹੀ ਇਹਨਾਂ ਨੇ ਫੜੀ ਹੈ ਕਿ ਲੋਕਾਂ ਦੇ ਟੈਕਸ ਲਗਾ ਦਿਓ ਟੈਕਸ। ਹੁਣ ਇਹ ਕਾਰਪੋਰੇਸ਼ਨ ਦਾ ਕੰਮ ਨਹੀਂ, ਵੈਸੇ ਕੇਂਦਰ ਸਰਕਾਰ ਦਾ ਜਿਹੜਾ ਕਿ ਹਰ ਇੱਕ 'ਤੇ ਵੱਡਾ ਅਸਰ ਪੈਂਦਾ ਹੈ। ਪੈਟਰੋਲ ਦੇ ਰੇਟ ਤੁਸੀਂ ਵੇਖ ਰਹੇ ਹੋ ਜੀ, 1 ਸਾਲ ਦੇ ਵਿੱਚ, ਵੈਸੇ ਤਾਂ 7 ਸਾਲਾਂ ਦੇ ਵਿੱਚ ਕਿੱਥੇ ਦੇ ਕਿੱਥੇ ਲੈ ਗਏ ਨੇ ਇਹ, ਕਿੰਨੇ ਰੇਟ ਵਧਾ ਦਿੱਤੇ। ਕਾਂਗਰਸ ਵੇਲੇ ਥੋੜੀ ਜਿਹੀ ਗੱਲ 'ਤੇ ਕਿਵੇਂ ਸਿਆਪੇ ਕਰਨੇ ਸ਼ੁਰੂ ਕਰ ਦਿੰਦੇ ਸਨ, ਕਿਵੇਂ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੇ ਸਨ। ਅੱਜ ਹੁਣ ਪੈਟਰੋਲ ਦੇ ਰੇਟ ਕੀ ਹੋ ਗਏ। ਮੋਦੀ ਜੀ ਜਾਂ ਜਿਹੜੇ ਵੱਡੇ ਵੱਡੇ ਬਾਬੇ ਕਈ, ਉਹਨਾਂ ਨੂੰ ਵਿੱਚ ਲਗਾ ਕੇ ਕੀ ਬੋਲ ਰਹੇ ਸਨ, ਉਹ ਸਾਰੇ ਕਿਹੜੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਸਨ। ਅੱਜ ਕੀ ਹੋਇਆ ਪਿਆ ਹੈ, ਲੋਕਾਂ ਨੂੰ ਹਰ ਇੱਕ ਗੱਲ 'ਤੇ ਆਮ ਆਦਮੀ ਇੱਕ ਅੱਜ ਦਬਿਆ ਹੋਇਆ ਹੈ, ਉਹਨੂੰ ਔਖਿਆਈ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸਾਡੀ ਕੋਸ਼ਿਸ਼ ਇਹ ਹੋਏਗੀ, ਜਿੱਥੋਂ ਤੱਕ ਚੰਡੀਗੜ੍ਹ ਦਾ ਤਾਲੁਕ ਹੈ ਜੀ, ਚੰਡੀਗੜ੍ਹ ਕਾਰਪੋਰੇਸ਼ਨ ਦੇ ਵਿੱਚ ਕਾਂਗਰਸ ਜਿੱਤਣ ਤੋਂ ਬਾਅਦ ਚੰਡੀਗੜ੍ਹ ਦੀ ਰੂਪ ਰੇਖਾ ਨੂੰ ਬਦਲ ਦੇਵਾਂਗੇ। ਤੇ ਜਿਵੇਂ ਕਿ ਪਹਿਲਾਂ ਸੀ ਉਦੋਂ ਵੀ ਵਧੀਆ ਬਣਾਉਣ ਦੀ, ਜਿਹੜੀ ਕਿ 7 ਸਾਲ ਸਾਡੇ ਵੇਲੇ 5 ਸਾਲ ਤੋਂ ਪਹਿਲਾਂ ਸੀ, ਉਦੋਂ ਵੀ ਵਧੀਆ ਬਣਾਵਾਂਗੇ, ਉਦੋਂ ਵੀ ਹਾਲਾਤ ਅੱਛੇ ਕਰਾਂਗੇ। ਜਿਵੇਂ ਕਿ ਪਹਿਲਾਂ ਸਫਾਈ ਦਾ ਜੀ, ਢੇਰ ਦੇ ਕੂੜੇ ਦੇ ਕਿੱਡੇ ਵੱਡੇ ਉੱਥੇ ਲੱਗ ਗਏ, ਕਿੰਨੀ ਦੇਰ ਦੀ ਉਹਦੀਆਂ ਜ਼ਿਕਰ ਗੱਲਾਂ ਕਰੀ ਜਾਂਦੇ ਨੇ, ਸਾਲਾਂ ਦੇ ਸਾਲ ਕੱਢੀ ਜਾਂਦੇ ਨੇ। ਤੁਹਾਨੂੰ ਇੰਨੀ ਦੇਰ ਹੋ ਗਈ, ਹੁਣ ਤਾਂ ਆਪਣੀ ਜ਼ਿੰਮੇ ਲਓ ਕੰਮ। ਨਹੀਂ, ਉਹ ਤਾਂ ਕਾਂਗਰਸ ਸਰਕਾਰ ਤੇ ਦੋਸ਼ ਲਾ ਰਹੇ ਕਿ ਜਿਹੜਾ ਇਹ ਡੰਪਿੰਗ ਗਰਾਊਂਡ ਬਣਿਆ ਸੀਗਾ ਉਹਨਾਂ ਦੇ ਜਦੋਂ ਸੀਗੇ ਉਦੋਂ ਲਿਆਂਦਾ ਬਣਿਆ ਸੀ। ਉਸ ਤੋਂ ਬਾਅਦ ਉਸ 'ਤੇ ਮਿੱਟੀ 1.5 ਫੁੱਟ ਮਿੱਟੀ ਤਾਜ਼ੀ ਪਾ ਕੇ ਘਾਹ ਲੱਗ ਗਿਆ ਸੀ ਸਾਰੇ ਦੇ ਉੱਪਰ। ਬੱਚੇ ਕ੍ਰਿਕਟ ਖੇਲਣਾ ਸ਼ੁਰੂ ਕਰ ਗਏ ਸਨ, ਲੋਕ ਉੱਥੇ ਸੈਰ ਕਰਨ ਲੱਗ ਗਏ ਸਨ, ਬਦਬੂ ਦੂਰ ਹੋ ਗਈ ਸੀ ਜੀ। ਉਹਦੇ ਉੱਪਰ ਫੇਰ ਢੇਰ ਲਾਣੇ ਸ਼ੁਰੂ ਕਰ ਦਿੱਤੇ। ਨਹੀਂ ਸੀ ਬਣਦਾ ਇਹਨਾਂ ਦਾ ਕੰਮ, ਕੁਝ ਹੋਰ ਕਰਨਾ। ਇਹੀ ਕਹਿਣ ਕਿ ਉਹ ਇੱਥੇ ਉਦੋਂ ਇਹਨੂੰ ਪਿਕਅਪ ਅਸੀਂ ਕੀਤਾ ਸੀ, ਇੱਥੇ ਸ਼ੁਰੂ ਕੀਤਾ ਸੀ। ਇਹ ਕਹਿਣਾ ਕਾਫੀ ਨਹੀਂ। ਉਸ ਤੋਂ ਬਾਅਦ ਉਹਦੀ ਕੈਪਿੰਗ ਕਰਕੇ, ਉਹਦੇ ਟੌਪ ਅਪ ਕਰਕੇ, ਉਸ 'ਤੇ ਮਿੱਟੀ ਜਿਹੜੀ ਮੈਂ ਦੱਸਿਆ 1.5 ਫੁੱਟ ਵਧੀਆ ਮਿੱਟੀ ਪਾ ਕੇ ਘਾਹ ਲੱਗ ਗਏ ਸਨ। ਉਹ ਇੱਕ ਸ਼ਾਨਦਾਰ ਜਗ੍ਹਾ ਬਣ ਗਈ ਸੀ। ਤਸਵੀਰਾਂ ਦਿਖਾ ਦੇਵਾਂਗਾ ਤੁਹਾਨੂੰ ਕਿਸੇ ਵਕਤ। ਉਹ ਨਹੀਂ ਇਹਨਾਂ ਦੀ ਪਰਵਾਹ। ਸੜਕਾਂ ਦੀ ਹਾਲਤ ਬੁਰੀ ਹੈ, ਕਿਸੇ ਜਗ੍ਹਾ 'ਤੇ ਸੜਕਾਂ ਦਾ ਨਹੀਂ। ਤੁਸੀਂ ਜਿੱਥੇ ਪੱਟ ਰਹੇ ਨੇ ਕਿਸੇ ਪਾਸੇ ਕੋਈ ਤਾਰਾਂ ਪਾਣੀਆਂ ਹੁੰਦੀਆਂ ਨੇ, ਉੱਥੇ ਕੂੜੇ ਦੇ ਢੇਰ ਲੱਗੇ ਨੇ। ਉੱਥੇ ਗਲਤ ਜਿਹੜਾ ਵੀ ਉਹ ਕੰਪਨੀ ਵਾਲੇ ਕੰਮ ਕਰਕੇ ਪਰਵਾਹ ਨਹੀਂ ਉਸ ਚੀਜ਼ ਦੀ ਵੇਖਣ ਦੀ ਕਿ ਉੱਥੇ ਮੁੜ ਕੇ ਤੁਸੀਂ ਪੈਡੈਸਟਰੀਅਨ ਵਾਕਵੇਜ਼ ਬਣਾਤੇ ਕਿ ਨਹੀਂ। ਕਰੋੜਾਂ ਰੁਪਈਏ ਲਗਾ ਦਿੱਤੇ ਅਸੀਂ ਸਾਈਕਲ ਟਰੈਕਸ 'ਤੇ। ਸਾਈਕਲ ਟਰੈਕਸ ਦਾ ਇਸਤੇਮਾਲ ਨਹੀਂ ਠੀਕ ਕਰਨ ਦੇ ਲੱਗੇ, ਉਹਨਾਂ ਦੀ ਕਨੈਕਟੀਵਿਟੀ ਨਹੀਂ ਬਣਾਈ, ਉਹਨਾਂ ਨੂੰ ਜੋੜਿਆ ਨਹੀਂ ਜਿੱਥੇ ਉਹ ਟ੍ਰੈਫਿਕ ਮਿਲਦੀ ਹੈ ਚਾਰੋਂ ਪਾਸਿਓਂ ਆ ਕੇ, ਉੱਥੇ ਉਹਦਾ ਨਹੀਂ ਕੀਤਾ ਇਹਨਾਂ ਨੇ। ਹਰ ਇੱਕ ਗੱਲ ਤੋਂ ਫੇਲ ਹੋਏ ਨੇ। ਚਲੋ, ਭਾਜਪਾ ਦਾ ਪੂਰੇ ਦੇਸ਼ ਵਿੱਚ ਕਿਸਾਨ ਅੰਦੋਲਨ, 3 ਖੇਤੀ ਕਾਨੂੰਨ ਦੇ ਬਿੱਲਾਂ 'ਤੇ ਵਿਰੋਧ ਹੈ। ਕੀ ਉਹਦਾ ਤੁਸੀਂ ਚੰਡੀਗੜ੍ਹ 'ਤੇ ਪ੍ਰਭਾਵ ਮੰਨਦੇ? ਕਿਉਂਕਿ 9 ਪਿੰਡ ਜਿਹੜੇ ਹੁਣ ਸ਼ਾਮਲ ਹੋਏ ਨੇ ਕਿਤੇ ਨਾ ਕਿਤੇ ਖੇਤੀ ਨਾਲ ਸੰਬੰਧਿਤ ਨੇ। ਆਪਣੇ 13 ਪਿੰਡਾਂ ਨੂੰ ਛੱਡ ਕੇ 9 ਵਾਰਡ ਬਣੇ। ਮੇਰੀ ਸੋਚ ਇਹ ਹੈ, ਮੇਰਾ ਉਹਦੇ ਬਾਰੇ ਮਾਨਤਾ ਇਹ ਹੈ ਜੀ ਕਿ ਹਰ ਇੱਕ ਹਿੰਦੁਸਤਾਨੀ ਪ੍ਰਭਾਵਿਤ ਹੈ ਉਹਦੇ ਨਾਲ ਜੀ। ਉਹਨੂੰ ਇਕੱਲੇ ਪਿੰਡਾਂ ਤੱਕ ਅਸੀਂ ਸੀਮਿਤ ਨਾ ਰੱਖੀਏ। ਬੇਸ਼ੱਕ ਪਿੰਡਾਂ ਦਾ ਬਹੁਤ ਵੱਡਾ ਰੋਲ ਸਾਡੀ ਅਰਥ ਵਿਵਸਥਾ ਦੇ ਵਿੱਚ ਹੈ। ਸਾਡਾ ਦੇਸ਼ ਐਗਰੀਕਲਚਰ ਦਾ ਦੇਸ਼ ਹੈ ਜੀ। ਇਸ ਕਰਕੇ ਇਸ 'ਤੇ ਸਾਰੇ ਮੁਨਸਰ ਹਾਂ। ਹਰ ਇੱਕ ਦਾ ਕਿੱਤਾ ਕਿਤੇ ਵੀ ਕੋਈ ਹੈ। ਜਿਹੜਾ ਵੀ ਕੋਈ ਅਸੀਂ ਖਾਂਦੇ ਹਾਂ, ਅਨਾਜ ਦਾ ਕਿੱਥੋਂ ਆਉਂਦਾ ਹੈ? ਉਹ ਪਿੰਡਾਂ 'ਚੋਂ ਸਾਰਿਆਂ ਪਾਸਿਓਂ ਆਉਂਦਾ। ਇਕੱਲੇ ਚੰਡੀਗੜ੍ਹ ਦੇ ਪਿੰਡਾਂ ਦੀ ਗੱਲ ਛੱਡ ਦਿਓ, ਚਾਰੋਂ ਪਾਸੇ ਅਸਰ ਹੈ। ਇਸ ਲਈ ਮੈਂ ਇੱਥੇ ਵੇਖਿਆ ਹੈ, ਜਿਵੇਂ ਕੋਈ ਹੋਰ ਜਗ੍ਹਾ ਵੇਖਿਆ ਹੈ, ਕੋਈ ਬੇਸ਼ੱਕ ਇਹ ਸਾਡੇ 22 ਪਿੰਡਾਂ ਦਾ ਹੋਵੇ ਜਾਂ ਨਾ ਹੋਵੇ, ਸ਼ਹਿਰ ਦੇ ਵੀ ਹੋਣ, ਉਹਨਾਂ ਨੇ ਵੀ ਆਪਣੇ ਘਰਾਂ 'ਤੇ ਝੰਡੇ ਫਾਰਮਰਸ ਦੇ ਲਗਾਏ ਹੋਏ ਨੇ। ਉਹਨਾਂ ਨੇ ਵੀ ਆਪਣੇ ਕਾਰਾਂ 'ਤੇ ਸਕੂਟਰਾਂ ਦੇ ਪਿੱਛੇ ਲਿਖਿਆ ਹੋਇਆ ਕਿ ਆਈ ਐਮ ਫॉर ਫਾਰਮਰਸ, ਮੈਂ ਉਹਨਾਂ ਦੇ ਨਾਲ ਹਾਂ। ਉਹਨਾਂ ਨਾਲ ਐਡੀ ਜ਼ਿਆਦਤੀ
ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਭਲੇ ਵਾਸਤੇ ਕਰ ਰਹੇ ਹੋ, ਕਹਿੰਦੇ ਰੱਬ ਦੇ ਵਾਸਤੇ ਸਾਨੂੰ ਇਹੋ ਜਿਹਾ ਭਲਾ ਨਹੀਂ ਚਾਹੀਦਾ। ਇੰਨੀ ਦੇਰ ਦੇ ਬੈਠੇ ਨੇ, ਉਹ ਪਰਵਾਹ ਹੈ ਉਸ ਚੀਜ਼ ਦੀ। ਜਿਹੜੀ ਕਿ ਗੱਲ ਮੈਂ ਸ਼ੁਰੂ 'ਚ ਕਿਹਾ ਸੀ ਵੀ ਲੋਕਤੰਤਰ ਦੀਆਂ ਧੱਜੀਆਂ ਉਡਾ ਰੱਖੀਆਂ ਨੇ, ਮਤਲਬ ਹੀ ਨਹੀਂ ਸੋਚਣ ਦਾ। ਸਾਡੇ ਵੇਲੇ ਲੋਕਪਾਲ ਦੇ ਵਾਸਤੇ ਜਿਹੜੇ ਪ੍ਰਾਈਵੇਟ ਲੋਕ ਸਨ ਉਹਨਾਂ ਨਾਲ ਵੀ ਚਰਚਾ ਹੋਈ ਸੀ। ਉਦੋਂ ਕੇਜਰੀਵਾਲ ਜੀ ਵਗੈਰਾ ਹਾਲੇ ਕੋਈ ਓਫੀਸ਼ੀਅਲ ਪੋਜੀਸ਼ਨ ਨਹੀਂ ਸੀ, ਆਰਡੀਨਰੀ ਸਿਟੀਜ਼ਨ ਸਨ। ਇਹਨਾਂ ਨੇ ਜਿਹੜਾ ਇੱਕ ਆਪਣਾ ਐਕਸ਼ਨ ਗਰੁੱਪ ਬਣਾਇਆ ਸੀ, ਉਹਨਾਂ ਦੇ ਨਾਲ ਚਰਚਾ ਕਰਕੇ ਤਾਂ ਲੋਕਪਾਲ ਦੇ ਬਿੱਲ 'ਤੇ ਕੰਮ ਹੋ ਰਿਹਾ ਸੀ ਅੱਗੇ। ਇੱਥੇ ਜਿਹੜੇ ਕਿਸਾਨ ਪ੍ਰਭਾਵਿਤ ਨੇ, ਜਿਨ੍ਹਾਂ 'ਤੇ ਅਸਰ ਹੈ, ਜਿਨ੍ਹਾਂ ਦਾ ਆਪਣਾ ਜੀਵਨ ਦਾ ਆਪਣਾ ਖਤਮ ਹੋ ਰਿਹਾ ਹੈ, ਉਹਨਾਂ ਦੇ ਨਾਲ ਗੱਲ ਦਾ ਮਤਲਬ ਨਹੀਂ। ਕਹਿੰਦੇ ਨਹੀਂ ਤੁਹਾਨੂੰ ਨਹੀਂ ਪਤਾ, ਅਸੀਂ ਤੁਹਾਡੇ ਲਈ ਜੋ ਕਰ ਰਹੇ ਹਾਂ ਵਧੀਆ ਕਰ ਰਹੇ ਹਾਂ। ਇਹ ਹਾਲਤ ਕੀਤੀ ਹੋਈ ਨਹੀਂ, ਇਸ ਦਾ ਕਾਂਗਰਸ ਨੂੰ ਫਾਇਦਾ ਹੋ ਚੰਡੀਗੜ੍ਹ 'ਚ? ਮੈਨੂੰ ਇਹਦੇ ਵਿੱਚ ਕਾਂਗਰਸ ਨੂੰ ਫਾਇਦਾ ਜਾਂ ਨਾ ਫਾਇਦਾ ਨਹੀਂ ਦੇਖ ਰਿਹਾ। ਇਹ ਇਸ਼ੂ ਉਹ ਹੈ ਜਿਹੜਾ ਕਿ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਉਹ ਕਾਨੂੰਨਾਂ ਦੀ ਵਿਰੋਧਤਾ ਕਰਨਾ, ਕਿਉਂਕਿ ਉਹ ਕਾਨੂੰਨ ਕੁਝ ਲੋਕਾਂ ਦੇ ਹਿੱਤ ਦੇ ਵਾਸਤੇ ਬਣਾਏ ਨੇ, ਨਾ ਕਿ ਆਮ ਲੋਕਾਂ ਦੇ ਵਾਸਤੇ ਬਣਾਏ ਨੇ, ਨਾ ਕਿ ਕਿਸਾਨਾਂ ਦੇ ਵਾਸਤੇ ਬਣਾਏ ਨੇ। ਹਰ ਵਾਰੀ ਲਾਲ ਡੋਰਾ ਦਾ ਮਸਲੇ ਦਾ ਅੱਗੇ ਚੱਲਿਆ ਜਾਂਦਾ। ਤੁਹਾਡੀ ਪਾਰਟੀ ਦੀ ਸੱਤਾ ਜ਼ਿਆਦਾ ਸਮਾਂ ਰਹੀ ਹੈ, ਉਹ ਹਜੇ ਮਸਲਾ ਉੱਥੇ ਦਾ ਉੱਥੇ ਹੀ ਹੈ, ਉਹਦਾ ਕੀ ਸਟੇਟਸ ਰਹਿ ਗਿਆ ਇਸ ਵਿੱਚ? ਮੈਂ ਇਹ ਕਹਿੰਦਾ ਸਾਂ ਜਦੋਂ ਮੈਂ ਸੀ ਇੱਥੇ ਕਿ ਅਸੀਂ ਪਿੰਡਾਂ ਨੂੰ ਅਗਲੇ ਨੂੰ ਉਦੋਂ ਹੀ ਮਿਲਾਵਾਂਗੇ ਜਦੋਂ ਜੇ ਲਾਲ ਡੋਰੇ ਨਾਂ ਦੀ ਚੀਜ਼ ਨਹੀਂ ਰਹੇਗੀ ਜੀ। ਪਿੰਡ ਤਾਂ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਮਿਲਾ ਦਿੱਤੇ ਜੀ, ਹੁਣ ਪਿੰਡ ਨਹੀਂ ਰਹੇ ਜੀ। ਆਪਾਂ ਉਹਨੂੰ ਕਹਿੰਦੇ ਹਾਂ ਪਿੰਡ, ਹਾਂ, ਉਹ ਸਾਰੇ ਦਾ ਸਾਰਾ ਏਰੀਆ ਹੁਣ ਮਿਊਨਿਸਪਲ ਏਰੀਆ ਬਣ ਗਿਆ। ਇੱਕ ਅਜੀਬ ਵਿਡੰਬਨਾ ਪੈਦਾ ਕਰ ਦਿੱਤੀ ਇਹਨਾਂ ਨੇ, ਜਿਹੜੀ ਕਿ ਬਿਲਕੁਲ ਤਰਕਹੀਨ ਹੈ ਕਿ ਸਾਰੇ ਪਿੰਡ ਜਿੱਥੇ ਜਿੱਥੇ ਕੋਈ ਅਟਾਵਾ, ਬਡੇਰੀ, ਗਲੇਰੀ, ਸਾਰੇ ਚੰਡੀਗੜ੍ਹ ਦੇ ਵਿੱਚ ਆ ਗਏ। ਕੈਮ ਵਾਲਾ ਇੱਧਰੋਂ, ਖੁਡਾਲੀ ਸ਼ੇਰ, ਪਰ ਹਾਲੇ ਵੀ ਲਾਲ ਡੋਰਾ ਹੈ ਜੀ। ਗੱਲ ਹੀ ਨਹੀਂ ਪੱਲੇ ਪੈਂਦੀ ਮੇਰੇ ਤਾਂ। ਇਹ ਜਦੋਂ ਯਾਨੀ ਕਿ ਸ਼ਾਮਲ ਹੋ ਗਏ, ਖਤਮ ਹੋ ਜਾਣਾ ਚਾਹੀਦਾ ਸੀ। ਅੱਛਾ, ਸਾਰਾ ਖਤਮ। ਜਦੋਂ ਸਾਰਾ ਏਰੀਆ ਮਿਊਨਿਸਪਲ ਕਾਰਪੋਰੇਸ਼ਨ ਦਾ ਬਣ ਗਿਆ, ਅਜੀਬ ਢੰਗ ਕੀਤੀ। ਪਿੰਡ ਦਾ ਅੰਦਰਲਾ ਮਿਊਨਿਸਪਲ ਕਾਰਪੋਰੇਸ਼ਨ 'ਚ ਪਤਾ, ਨਾਲ ਵਾਲਾ ਕਹਿੰਦਾ ਨਹੀਂ ਹਾਲੇ ਅਸੀਂ ਉਵੇਂ ਰੱਖਾਂਗੇ, ਇਸ 'ਤੇ ਕੰਟਰੋਲ ਰਹੇਗਾ। ਫਿਰ ਅਜਿਹਾ ਕਿਉਂ ਕੀਤਾ ਜੀ ਨੇ? ਹੁਣ ਇਹੀ ਤਾਂ ਮੈਂ ਦੱਸ ਰਿਹਾ, ਭਾਰਤੀ ਜਨਤਾ ਪਾਰਟੀ ਦੀ ਜ਼ਿਆਦਤੀਆਂ, ਹਰੀ ਜਗ੍ਹਾ ਜ਼ਬਰਦਸਤੀ, ਆਪਣੀ ਜੋ ਮਨ ਦੇ ਵਿੱਚ ਆਵੇ ਉਹ ਚੀਜ਼ ਕਰਨੀ। ਮੈਂ ਇਹਦੇ ਹੱਕ ਵਿੱਚ ਨਹੀਂ ਹਾਂ ਕਿ ਤੁਸੀਂ ਇੱਕ ਬੇਢਵੀ ਹਰ ਇੱਕ ਜਗ੍ਹਾ ਕੰਸਟਰਕਸ਼ਨ ਕਰ ਲਵੋ ਜੀ। ਪਲਾਨ ਸ਼ਹਿਰ ਹੈ ਚੰਗਾ, ਉਹਦੇ ਹਿਸਾਬ ਨਾਲ ਹੋਣਾ ਚਾਹੀਦਾ ਸੀ। ਉਹਦੇ ਮੇਰੇ ਵਿਚਾਰ ਬਹੁਤ ਨੇ, ਬਹੁਤ ਗੱਲਾਂ 'ਤੇ ਨੇ ਕਿ ਕਿੱਥੇ ਕਿੱਥੇ ਹਰ ਇੱਕ ਤੋਂ ਚੂਕ ਹੋਈ, ਕਿਵੇਂ ਰਹੀ, ਕਮੀਆਂ ਰਹੀਆਂ। ਪਹਿਲੇ ਦਿਨ ਪਲੈਨਿੰਗ ਤੋਂ ਹੀ ਰਹੀਆਂ ਕਿ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਸ਼ਹਿਰ ਵਧੀਆ ਬਣਾ ਰਹੇ ਹਾਂ। ਇੱਕ ਆਈਸੋਲੇਸ਼ਨ ਦੇ ਵਿੱਚ ਨਹੀਂ ਅਲੱਗ ਬਣ ਸਕਦਾ ਜੀ। ਇਹ ਨਹੀਂ ਹੋ ਸਕਦਾ ਕਿ ਬਸ ਇੱਕ ਜਗ੍ਹਾ ਤਾਂ ਬਹੁਤ ਐਫਲੂਐਂਸ, ਇੱਕ ਅਮੀਰੀ ਦਾ ਇੱਕ ਸ਼ਹਿਰ, ਇੱਕ ਬਹੁਤ ਸ਼ਾਨਦਾਰ ਬਣੇ, ਬਾਕੀ ਨਾਲ ਨਾ ਹੋਵੇ। ਲੋਕਾਂ ਨੇ ਉੱਥੇ ਆਉਣਾ ਹੀ ਆਉਣਾ ਹੈ ਕੰਮ ਵਾਸਤੇ। ਜਿੱਥੇ ਕੰਸਟਰਕਸ਼ਨ ਹੋ ਰਹੀ ਸੀ ਉੱਥੇ ਨਾਲ ਲੋਕਾਂ ਨੇ ਆਪਣੀਆਂ ਝੁੱਗੀਆਂ ਬਣਾਉਣੀਆਂ ਹੀ ਨੇ, ਤਾਂ ਹੀ ਉੱਥੇ ਕੰਮ ਹੋਏਗਾ। ਇਹਦੇ ਵਾਸਤੇ ਵੀ ਅੱਛੀ ਤਾਦਾਦ ਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਹੀ, ਕੋਈ ਪਾਰਟੀ ਦੀ ਗੱਲ ਨਹੀਂ ਮੈਂ ਕਰ ਰਿਹਾ, ਪਾਰਟੀ ਤੋਂ ਹਟ ਕੇ ਕਰ ਰਿਹਾ ਹਾਂ, ਅਸੀਂ ਜਿਹੜੀ ਅਫੋਰਡੇਬਲ ਹਾਊਸਿੰਗ ਜਿਹੜੇ 'ਤੇ ਹੁਣ ਜ਼ੋਰ ਦਿੱਤਾ ਸੀ ਇਹ ਉਦੋਂ ਹੋਣੀ ਚਾਹੀਦੀ ਸੀ ਸ਼ੁਰੂ ਦੇ ਵਿੱਚ ਜੀ। ਉਦੋਂ ਨਹੀਂ ਹੋਈ, ਉਹਨੂੰ ਬਾਅਦ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਅੱਗੇ ਨੂੰ ਰੋਕ ਦਿਓ ਸਾਰਾ ਕੰਮ। ਜਿਹੜੀ ਗੱਲ ਤੇ ਅਸੀਂ ਪਿੰਡਾਂ ਵਾਲੇ ਤੋਂ ਉਸ 'ਤੇ ਆ ਰਹੇ ਹਾਂ, ਅਗਰ ਉਹ ਉਹਨਾਂ ਦੇ ਪਰਿਵਾਰ ਵੀ ਵੱਡੇ ਹੋ ਗਏ ਜੀ, ਤੁਸੀਂ ਉਹਨਾਂ ਤੱਕ ਹੀ ਸੀਮਿਤ ਰੱਖ ਦਿਓ। ਉਹਨਾਂ ਦੇ ਨਾਲ ਇੱਕ ਨਕਸ਼ਾ, ਇੱਕ ਪਲਾਨ ਬਣਾ ਦਿਓ ਆਪਣਾ, ਜਿਹੜਾ ਤੁਸੀਂ ਡਿਵੈਲਪਮੈਂਟ ਪਲਾਨ, ਕਿ ਇਹ ਪਿੰਡਾਂ ਦੇ ਲੋਕ ਆਪਣੀ ਜ਼ਮੀਨ ਦੇ ਵਿੱਚ ਅਸੀਂ ਇਹਨੂੰ ਇਸ ਢੰਗ ਦੇ ਨਾਲ ਇਜਾਜ਼ਤ ਦਿੰਦੇ ਹਾਂ ਮਕਾਨ ਆਪਣੇ ਬਾਹਰ ਬਣਾਉਣ ਦੇ। ਕਿਉਂ ਨਹੀਂ ਉਹਨਾਂ ਨੂੰ ਚਾਹੀਦਾ? ਜਦੋਂ ਆਬਾਦੀ ਸਾਡੀ ਹਿੰਦੁਸਤਾਨ ਦੀ 35 ਕਰੋੜ ਵਾਲੀ ਅੱਜ 130 ਕਰੋੜ ਤੋਂ ਉੱਪਰ ਹੋ ਗਈ ਜੀ, 4 ਕਰੋੜ 5 ਗੁਣੇ ਹੋਣ ਵਾਲੀ ਹੈ ਜੀ, 4.5 ਗੁਣੇ ਹੋ ਗਈ, 4 ਗੁਣੇ ਤਾਂ ਇੰਨੀ ਕੇਸ ਹੋਈ ਚੁੱਕੀ ਹੈ। ਉਹ ਕੀ ਹੁਣ ਇਹਨਾਂ ਦੇ ਪਿੰਡਾਂ ਦੇ ਵਿੱਚ ਨਹੀਂ ਆਬਾਦੀਆਂ ਵਧੀਆਂ, ਕੀ ਪਰਿਵਾਰ ਵੱਡੇ ਨਹੀਂ ਹੋ ਗਏ? ਉਹਨਾਂ ਨੂੰ ਉਹਦਾ ਫਾਇਦਾ ਨਹੀਂ ਮਿਲਣਾ ਚਾਹੀਦਾ ਸੀ? ਤੁਸੀਂ ਆਪਣੇ ਕੰਟਰੋਲ ਦੇ ਵਿੱਚ ਇੱਕ ਰੈਗੂਲੇਟ ਕਰਕੇ ਚੀਜ਼ ਨੂੰ ਕਰੋ, ਪਰ ਉਹਨਾਂ 'ਤੇ ਜ਼ਬਰਦਸਤੀਆਂ ਨਹੀਂ ਇਹ ਕਰੋ ਕਿ ਤੁਸੀਂ ਇਹਦੋਂ ਬਾਹਰ ਨਹੀਂ ਨਿਕਲ ਸਕਦੇ। ਬਾਦਲ ਸਾਹਿਬ, ਪਿੰਡਾਂ ਵਾਲਿਆਂ ਦਾ ਹਮੇਸ਼ਾ ਇਤਰਾਜ਼ ਰਿਹਾ ਕਿ ਸਾਨੂੰ ਸੈਕਟਰਾਂ ਦੇ ਮੁਕਾਬਲਤਨ ਸੁਵਿਧਾਵਾਂ ਦੀ, ਸਹੂਲਤਾਂ ਦੀ ਵੀ ਕਮੀ ਰਹੀ ਹੈ, ਅਤੇ ਸਿਆਸਤ ਦੇ ਵਿੱਚ ਵੀ ਸਾਡੀ ਪਹਿਰ ਵੀ ਘੱਟ ਰਹੀ ਹੈ, ਜਾਂ ਸਾਨੂੰ ਮੌਕਾ ਨਹੀਂ ਦਿੱਤਾ ਜਾਂਦਾ। ਐਤਕੀ ਤੁਸੀਂ 13 ਪਿੰਡ ਸ਼ਾਮਲ ਹੋਏ ਨੇ, 9 ਵਾਰਡ ਵਧੇ ਨੇ, ਤੁਸੀਂ ਕਿੰਨੇ ਫੀਸਦੀ ਸਮਝਦੇ ਹੋ ਕਿ ਪਿੰਡਾਂ ਨੂੰ ਨੁਮਾਇੰਦਗੀ ਦਿਓਗੇ ਐਤਕੀ? ਜਿਹੜੀ ਉਹਨਾਂ ਦੀ ਫੀਲਿੰਗ ਹੈ ਉਹ ਉਹਨਾਂ ਦੀ ਵਾਜਬ ਹੈ ਜੀ। ਪਿਛਲੇ 6-7 ਸਾਲਾਂ 'ਚ ਤਾਂ ਉਹਨਾਂ 'ਤੇ ਪੈਸਾ ਪਿੰਡਾਂ 'ਚ ਲੱਗਿਆ ਹੀ ਨਹੀਂ ਜੀ। ਕਿਸੇ ਤਰ੍ਹਾਂ ਦੇ ਪਿੰਡਾਂ ਦੇ ਵਿਕਾਸ 'ਤੇ ਪੈਸਾ ਨਹੀਂ ਲੱਗਿਆ ਜੀ। ਸਾਡੇ ਵੇਲੇ ਲੱਗਦਾ ਰਿਹਾ, ਬਹੁਤ ਨਹੀਂ ਲੱਗਿਆ ਜੀ, ਲੱਗਦਾ ਰਿਹਾ। ਮੇਰਾ ਬਾਕਾਇਦਾ ਅੱਛਾ ਹਿੱਸਾ MP ਲੈਡ ਵਾਲਾ ਵੀ ਉਸ 'ਚ ਜਾਂਦਾ ਰਿਹਾ। ਜਿੱਥੋਂ ਤੱਕ ਸਵਾਲ ਹੈ ਉਹਨਾਂ ਦੀ ਰਾਜਨੀਤਿਕ ਨੁਮਾਇੰਦਗੀ ਦਾ, ਹਾਂਜੀ, ਉਹਨਾਂ ਦਾ ਵਾਜਬ ਢੁਕਵਾਂ ਹਿੱਸਾ, ਕਿਉਂਕਿ ਸਾਰੇ ਪਿੰਡ ਵਿੱਚ ਪੈ ਗਏ ਨੇ,
ਵੇਖ ਕੇ ਕਿਹੜੇ ਪਿੰਡ 'ਚੋਂ ਕਿੱਥੇ ਕੋਈ ਸਾਡਾ ਜਿੱਤ ਸਕਦਾ ਹੈ, ਕਿੰਨਾ ਕੁ ਹੈ, ਉਹਦੇ ਹਿਸਾਬ ਨਾਲ ਵਿੱਚ ਲਿਆਵਾਂਗੇ। ਜ਼ਰੂਰ ਟਿਕਟਾਂ ਉਹਨਾਂ ਨੂੰ ਮਿਲਣਗੀਆਂ। ਪਿੰਡਾਂ ਦੇ ਏਜੰਡੇ ਕੀ ਰਹਿਣਗੇ? ਜਿਵੇਂ ਕਿ ਲਾਲ ਡੋਰਾ ਦੀ ਜਿਵੇਂ ਤੁਸੀਂ ਦੱਸਿਆ ਸਾਹਮਣੇ ਆ ਜਾਣਾ, CLU ਰੇਟ ਦੀ ਗੱਲ ਹੋਈ ਹੈ। ਕਮੇਟੀ ਬਣੇਗੀ ਜਦੋਂ ਸਾਡੀ ਬਣਦੀ ਹੈ ਕਿ ਮੈਨੀਫੈਸਟੋ ਕਮੇਟੀ ਬਣਦੀ ਹੈ, ਉਦੋਂ ਸਾਰੀ ਕਮੇਟੀ ਬੈਠ ਕੇ ਇਸ ਚੀਜ਼ 'ਤੇ ਫੈਸਲਾ ਕਰੇਗੀ ਕਿਹੜੇ ਕਿਹੜੇ ਮੁੱਦਿਆਂ ਨੂੰ ਅਸੀਂ ਅਗਾਂਹ ਪ੍ਰਮੁੱਖ ਤੌਰ 'ਤੇ ਉਹਨਾਂ ਨੂੰ ਰੱਖਣਾ ਹੈ। ਉਹ ਮੁੱਦਿਆਂ ਦਾ ਆਪਸ ਵਿੱਚ ਪਾਰਟੀ ਦੇ ਵਿੱਚ ਜ਼ਿਕਰ ਹੋ ਕੇ ਫਿਰ ਉਹ ਪੁਆਇੰਟ ਸਾਹਮਣੇ ਆਉਣਗੇ। ਪਰ ਪਿੰਡਾਂ ਦੀਆਂ ਸਹੂਲਤਾਂ, ਪਿੰਡਾਂ ਦਾ ਵਿਕਾਸ, ਪਿੰਡਾਂ ਨੂੰ ਸੁਥਰੇ ਸਾਫ਼ ਸੁਥਰੇ ਵਧੀਆ ਪਿੰਡ ਬਣਾ ਦੇਣਾ, ਇਹ ਮੇਰਾ ਆਪਣਾ ਵੀ ਇੱਕ ਖੁਆਇਸ਼ ਹੈ, ਆਪਣਾ ਸੁਪਨਾ ਵੀ ਹੈ ਉਸੇ ਢੰਗ ਦਾ ਕਿ ਪਿੰਡ ਸੋਹਣੇ ਵਧੀਆ ਉਹੀ ਪਿੰਡ ਬਣੇ ਹੋਣ। ਕੋਈ ਮੈਂ ਇਹ ਜਿਹੜੀ ਗੱਲ ਕਹਾਂ ਕਿ ਤੁਸੀਂ ਸ਼ਾਮ ਦਾ ਚੰਡੀਗੜ੍ਹ ਦੇ ਮਾਡਲ ਚੰਡੀਗੜ੍ਹ ਦੇ ਪਿੰਡਾਂ ਦੀ ਗੱਲ ਕਰ ਰਿਹਾ ਹਾਂ, ਬਿਲਕੁਲ ਮਾਡਲ ਪਿੰਡ ਇੱਥੋਂ ਤੱਕ ਕਿ ਸ਼ਾਮ ਦਾ ਟਾਈਮ ਅਗਰ ਤੁਸੀਂ ਅੱਛਾ ਗੁਜ਼ਾਰਨਾ ਹੈ ਕਿਸੇ ਵਕਤ ਲੀਜਰ ਦਾ, ਤੁਸੀਂ ਸੋਚੋ 17 ਜਿਵੇਂ ਆਪਾਂ ਗੱਲ ਕਰਦੇ ਹਾਂ, ਚਲੋ ਐਲੰਟੇ ਮਾਲ ਚਲੋ ਉੱਥੇ ਚਲੋ, ਉਹਦੀ ਜਗ੍ਹਾ ਕਹੋ ਨਹੀਂ ਚਲੋ ਬਡੇਰੀ ਜਾ ਕੇ ਆਉਂਦੇ ਹਾਂ, ਚਲੋ ਅੱਜ ਖੁੱਡਾਲੀ ਸ਼ੇਰ ਚੱਲ ਕੇ ਆਉਂਦੇ ਹਾਂ, ਉੱਥੇ ਬੈਂਡ ਵੱਜ ਰਿਹਾ ਹੋਵੇ, ਸਾਫ਼ ਸੁਥਰੀ ਜਗ੍ਹਾ ਹੋਵੇ, ਖਾਣ ਪੀਣ ਦੀਆਂ ਸਟਾਲਸ ਲੱਗੀਆਂ ਹੋਣ, ਸਾਡਾ ਜਿਹੜੀ ਸੱਭਿਅਤਾ ਹੈ, ਸਾਡਾ ਸੱਭਿਆਚਾਰ ਹੈ ਉਹ ਦਰਸਾਇਆ ਜਾਵੇ, ਉਹਦੇ ਬਾਰੇ ਕੁਝ ਹੋਵੇ। ਇਸ ਤਰ੍ਹਾਂ ਦੇ ਕੁਝ ਚੁਣਿੰਦੇ ਪਿੰਡਾਂ ਵਿੱਚ ਤਾਂ ਇੰਨਾ ਵਧੀਆ ਐਂ ਬਣ ਜਾਣਾ ਚਾਹੀਦਾ ਹੈ, ਜਿਵੇਂ ਕਿ ਦਿੱਲੀ ਦਾ ਹੌਜ਼ ਖਾਸ ਦਾ ਲੈ ਲਵੋ ਤੁਸੀਂ। ਇਸ ਤਰ੍ਹਾਂ ਦੇ ਪਿੰਡਾਂ ਨੂੰ ਸੋਹਣਾ ਵਧੀਆ ਬਣਾ ਕੇ ਉੱਥੋਂ ਦੇ ਵਿਕਾਸ ਵਾਸਤੇ ਅਸੀਂ ਯਤਨਸ਼ੀਲ ਪੂਰੇ ਰਹਾਂਗੇ। ਹੁਣ ਆਪਣੇ 5 ਕੌਂਸਲਰ ਨੇ ਸ਼ਾਇਦ, ਹੈ ਨਾ ਜੀ? 5 ਕੌਂਸਲਰ ਨੇ। ਕੀ ਲੱਗਦਾ ਤੁਹਾਨੂੰ ਐਤਕੀ ਸੰਭਾਵਿਤ ਕਿੰਨੇ ਆਪਾਂ ਬੀਟ ਕਰ ਸਕਦੇ ਹਾਂ? ਅਸੀਂ ਐਤਕੀ ਇੱਥੇ ਮੇਅਰ ਕਾਂਗਰਸ ਦਾ ਬਣੇਗਾ। ਐਤਕੀ 35 ਮੈਜੋਰਿਟੀ ਕੀ ਅਸੀਂ 20 ਤੋਂ ਉੱਪਰ ਸੀਟਾਂ ਲੈ ਕੇ ਜਾਵਾਂਗੇ। 25 ਸੀਟਾਂ ਦਾ ਟਾਰਗੇਟ ਜ਼ਰੂਰ ਰਹੇਗਾ। ਹੁਣ ਮੈਂ ਕਹਿਣ ਵਾਸਤੇ ਨਹੀਂ ਕਹਿੰਦਾ, ਉਹ ਤਾਂ ਕਹਿਣ ਵਾਸਤੇ ਤਾਂ 30 ਦੀਆਂ 30, 35 ਦੀਆਂ 35 ਕਹਿ ਰਹੇ। ਹਾਂਜੀ, ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ ਕਿੰਨੀ ਬੁਰੀ ਤਰ੍ਹਾਂ ਇਹ ਫੇਲ ਹੋਏ ਨੇ, ਲੋਕ ਇਹਨਾਂ ਤੋਂ ਦੁਖੀ ਨੇ। ਜ਼ਰੂਰ ਕਾਂਗਰਸ ਨੂੰ ਇਸ ਵਾਰ ਮੌਕਾ ਦੇਣਗੇ। 25 ਤੋਂ ਉੱਪਰ ਹਰ ਹਾਲਤ ਦੇ ਵਿੱਚ, ਹਰ ਹਾਲਤ ਦੇ ਉੱਪਰ 25 ਤੋਂ ਉੱਪਰ ਆਵਾਂਗੇ। ਚਲੋ ਬਾਂਸਲ ਸਾਹਿਬ, ਤੁਸੀਂ ਕਹਿੰਦੇ 25 ਤੋਂ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਜਿਵੇਂ ਤੁਸੀਂ ਕਰੋਗੇ। ਪਰ ਹੁਣ ਆਪਾਂ ਥੋੜ੍ਹਾ ਜਿਹਾ ਚੰਡੀਗੜ੍ਹ ਦੇ ਪੂਰੇ ਦੇ ਮੁੱਦੇ 'ਤੇ ਆਉਂਦੇ ਹਾਂ। ਤੁਸੀਂ ਸੰਸਦ ਦੇ ਵਿੱਚ ਨੁਮਾਇੰਦਗੀ ਕੀਤੀ ਹੈ ਚੰਡੀਗੜ੍ਹ ਦੀ। ਚੰਡੀਗੜ੍ਹ ਦੇ ਮਸਲੇ ਬੜੇ ਉੱਤੇ ਰਹੇ ਆ, ਜਿਵੇਂ ਪੰਜਾਬ ਹਰਿਆਣੇ ਦੀ ਗੱਲ ਕਰੀਏ, ਉਹਦੇ 'ਚ 60-40 ਦੀ ਰੇਸ਼ੋ ਦੇ ਮੁਲਾਜ਼ਮਾਂ ਦਾ ਸੀਗਾ, ਉਹ ਹਜੇ ਕਾਗਜ਼ਾਂ 'ਚ ਹੀ ਪਿਆ। ਉਹਦੇ ਪ੍ਰਤੀ ਕੋਈ ਮੇਰੇ ਰੂਪ ਰੇਖਾ ਮੇਰੇ ਮਨ ਦੇ ਵਿੱਚ ਚੰਡੀਗੜ੍ਹ ਦੀ ਪਹਿਲੇ ਦਿਨ ਤੋਂ ਰਹੀ ਹੈ ਜੀ ਕਿ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਰਹਿਣਾ ਚਾਹੀਦਾ ਹੈ। ਹਾਂਜੀ, ਪਹਿਲੇ 5 ਸਾਲਾਂ ਦੇ ਵਿੱਚ ਬਦਲਿਆ ਜਾਂਦਾ, ਜਦੋਂ ਕਿ ਉਦੋਂ ਸੀ ਕਿ 5 ਸਾਲਾਂ ਵਾਸਤੇ ਬਣਾਈ ਸੀ, ਜੋ ਕੁਝ ਹੋਣਾ ਹੁੰਦਾ ਹੋਰ ਗੱਲ ਹੁੰਦੀ ਜੀ। ਉਹ ਬਹੁਤ ਪਹਿਲਾਂ ਦੀਆਂ ਗੱਲਾਂ ਨੇ। ਹਾਂਜੀ, ਜਦੋਂ ਤੋਂ ਇੰਨਾ ਸਮੇਂ ਹੋ ਗਿਆ, ਹੁਣ 1966 ਤੋਂ ਲੈ ਕੇ ਅੱਜ ਤੱਕ 54-55 ਸਾਲ ਹੋ ਗਏ। ਹੁਣ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ। 55 ਸਾਲ ਸਾਡੇ 70 ਸਾਲ ਆਜ਼ਾਦੀ ਦੇ 70 ਸਾਲਾਂ ਦੇ ਵਿੱਚੋਂ 55 ਸਾਲ ਚੰਡੀਗੜ੍ਹ ਯੂਟੀ ਰਿਹਾ ਹੈ। ਹੁਣ ਤਾਂ ਕੋਈ ਕੁਝ ਚਾਹੇ ਨਾ ਚਾਹੇ, ਚੰਡੀਗੜ੍ਹ ਹੁਣ ਯੂਟੀ ਹੈ, ਯੂਟੀ ਹੀ ਰਹੇਗਾ, ਯੂਟੀ ਰਹੇਗਾ। ਹੁਣ ਇਹਦੇ ਵਿੱਚ ਕੀ ਹੈ ਵਜ੍ਹਾ? ਕੀ ਇਹਦੇ ਵਿੱਚ ਨਹੀਂ, ਉਹ ਕਈ ਗੱਲਾਂ ਹਿਸਟੋਰੀਕਲ ਫੈਕਟਸ ਹੋ ਜਾਂਦੇ ਨੇ। ਇਹ ਹਿਸਟੋਰੀਕਲ ਫੈਕਟ ਹੈ। ਇਹਦਾ ਸਮਾਂ ਕਿਸੇ ਢੰਗ ਦੇ ਨਾਲ ਪੰਜਾਬ ਹਰਿਆਣਾ ਦੋਨੋਂ ਇਹਦਾ ਸਮਾਧਾਨ ਨਹੀਂ ਕਰ ਸਕੇ। ਇੰਨੀ ਦੇਰ ਰਹਿ ਗਈ, ਇਹਦੇ 'ਚ 2-2 ਜਨਰੇਸ਼ਨ, 3-3 ਜਨਰੇਸ਼ਨ ਲੋਕਾਂ ਦੀਆਂ ਉਹ ਪੈਦਾ ਹੋ ਗਈਆਂ ਇੰਨੀ ਦੇਰ ਦੇ ਵਿੱਚ, ਜਿਨ੍ਹਾਂ ਨੇ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਵਿੱਚ ਪੈਦਾ ਹੋਏ ਨੇ। ਪਰ ਇਹਨਾਂ ਕਹਿੰਦੇ ਹੋਏ ਮੈਂ ਇਹ ਯੂਨੀਅਨ ਟੈਰੀਟਰੀ ਉਸ ਤਰ੍ਹਾਂ ਦੀ ਨਹੀਂ, ਹਾਂਜੀ, ਜਿਵੇਂ ਕਿ ਦੂਜੀਆਂ ਕੋਈ ਹੋਵੇ। ਯੂਨੀਅਨ ਟੈਰੀਟਰੀ ਜਿਹੜੀ ਇਹਦੀ ਕਲਪਨਾ ਸ਼ੁਰੂ 'ਚ ਕੀਤੀ ਸੀ, ਜਿਹੜੀ ਤੁਸੀਂ ਕਿਹਾ ਸੀ 60-40 ਦੀ ਰੇਸ਼ੋ 'ਚ, ਹਾਂਜੀ ਹਾਂਜੀ, ਮੇਰਾ ਵਿਚਾਰ ਬਿਲਕੁਲ ਕਲੀਅਰ ਹੈ। ਹਾਂਜੀ, ਕਿ ਚੰਡੀਗੜ੍ਹ ਦੇ ਵਿੱਚ ਯੂਨੀਅਨ ਟੈਰੀਟਰੀ ਰਹੇ, ਜਿਹੜਾ ਸਟੇਟਸ ਕੋ ਹੈ ਜਿਵੇਂ ਹੁਣ, ਦੋਨਾਂ ਦੀ ਰਾਜਧਾਨੀ ਰਹੇ। ਅੱਛਾ ਜੀ, ਇਹ ਚੰਡੀਗੜ੍ਹ ਅਲੱਗ ਆਪਣੇ ਆਪ ਦੇ ਵਿੱਚ, ਇੱਥੇ ਕੋਈ ਅਸੈਂਬਲੀ ਨਹੀਂ ਬਣ ਸਕਦੀ। ਕੋਈ ਅਸੈਂਬਲੀ ਦੀ ਗੱਲ ਕਰੇ ਤਾਂ ਬੇਢੱਬੀ ਗੱਲ ਹੈ, ਉਹ ਬੇਤੁਕੀ ਗੱਲ ਹੈ। ਇੱਥੇ ਵਾਇਬਲ ਨਹੀਂ ਹੈ ਅਸੈਂਬਲੀ ਬਣਾਉਣਾ ਜੀ, ਨਹੀਂ ਅਸੈਂਬਲੀ ਬਣ ਸਕਦੀ। ਇਹ ਦੋਨਾਂ ਦੀ ਕੈਪੀਟਲ ਰਹੇ, ਦੋਨਾਂ ਦੇ ਆਪਣੇ ਇੱਥੇ ਸੈਕਟਰੀਏਟ ਨੇ, ਇੰਨੇ ਨੇ ਦਫ਼ਤਰ ਨੇ, ਸਾਰਿਆਂ ਦੇ ਇੰਨੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ ਸਾਰਿਆਂ ਦੀਆਂ। ਕਿਵੇਂ ਤੁਸੀਂ ਦੋਨਾਂ ਨੂੰ ਕਹਿ ਦਿਓਗੇ ਇੱਥੋਂ ਬਾਹਰ ਚਲੇ ਜਾਣ, ਪੰਜਾਬ ਵਾਲੇ ਬਾਹਰ ਚਲੇ ਜਾਣ, ਹਰਿਆਣਾ ਵਾਲੇ ਬਾਹਰ ਚਲੇ ਜਾਣ, ਉਹਨਾਂ ਦਾ ਸਾਰਿਆਂ ਦਾ ਕੌਣ ਪੈਸਾ ਦੇਵੇਗਾ ਉਹ ਸਾਰੀਆਂ ਬਿਲਡਿੰਗਸ ਨੂੰ ਜੀ? ਕੌਣ ਸਾਂਭੇਗਾ? ਕਿ ਚੰਡੀਗੜ੍ਹ ਪਾਸ ਹੋਏਗਾ? ਪਰ ਇੱਥੇ ਨਾਲ ਦੀ ਨਾਲ ਦੋਨਾਂ ਦਾ ਇੱਕ ਆਪਣਾ ਹਿੱਸੇਦਾਰੀ ਚੰਡੀਗੜ੍ਹ ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਹਿੱਸੇਦਾਰੀ ਇਨ ਦੀ ਸੈਂਸ ਕਿ 60-40 ਰੇਸ਼ੋ ਦੇ ਵਿੱਚ ਇੱਥੇ ਦੇ ਅਫਸਰ ਉਵੇਂ ਆਉਣ, ਇੱਥੋਂ ਦੇ ਅਫਸਰ ਹੋਣਗੇ, ਇੱਥੋਂ ਦੇ ਕਾਡਰ ਦੇ ਹੋਣਗੇ, ਪੰਜਾਬ ਕਾਡਰ ਦੇ ਜਾਂ ਹਰਿਆਣਾ ਕਾਡਰ ਦੇ, ਉਹਨਾਂ ਦਾ ਚੰਡੀਗੜ੍ਹ ਨਾਲ ਇੱਕ ਲਗਾਓ ਰਹੇਗਾ। ਪਰ ਇੰਪਲੀਮੈਂਟੇਸ਼ਨ ਚੰਡੀਗੜ੍ਹ ਨਾਲ ਲਗਾਓ ਰਹੇਗਾ। ਉਹ ਇੰਪਲੀਮੈਂਟੇਸ਼ਨ ਵੀ ਉਹੀ ਬਿਹਤਰ ਕਰਨਗੇ, ਸਕੀਮਾਂ ਦੇ ਬਣਾਉਣ ਦੇ ਵਿੱਚ ਸਹਾਈ ਵੀ ਜ਼ਿਆਦਾ ਹੋਣਗੇ। ਉਹ ਚੰਡੀਗੜ੍ਹ ਦੇ ਵਾਸਤੇ, ਇਹਦੀ ਬਿਹਤਰੀ ਵਾਸਤੇ ਜ਼ਿਆਦਾ ਕੰਮ ਕਰ ਸਕਣਗੇ। ਮੇਰੀ ਇਹ ਰਾਏ ਹੈ ਕਿ ਇਹ ਜਿਵੇਂ ਕਿ ਯੂਨੀਅਨ ਟੈਰੀਟਰੀ ਵਿਜ਼ੂਅਲਾਈਜ਼ ਹੋਈ ਸੀ ਉਵੇਂ ਬਣਾਵੇ। ਨਿਚਲੇ ਕਾਡਰ ਕਈ ਜਿਹੜੇ ਕਿ ਹੇਠਲੇ ਨੇ ਇੰਪਲੋਈਜ਼, ਜਿਵੇਂ ਕਿ ਕਲੈਰੀਕਲ ਸਟਾਫ ਹੈ, ਬਿਜਲੀ ਦਾ ਸਟਾਫ ਹੈ,
ਉਹ ਤਾਂ ਭਰਤੀ ਨਵਾਂ ਹੋ ਚੁੱਕਿਆ ਚੰਡੀਗੜ੍ਹ 'ਚ ਇੰਨੀ ਦੇਰ ਦੇ ਵਿੱਚ ਭਰਤੀ ਹੋ ਕੇ ਰਿਟਾਇਰ ਵੀ ਹੋ ਚੁੱਕੇ ਜੀ ਉਹ ਯੂਟੀ ਕਾਡਰ ਰਹਿ ਜਾਵੇ ਜੀ। ਬਾਕੀ ਸਾਰਾ ਪੰਜਾਬ ਹਰਿਆਣਾ ਦੇ ਵਿੱਚੋਂ ਜਿਹੜੇ ਉੱਪਰਲੇ ਕਾਡਰ ਦੇ ਨੇ ਉਹ ਪੰਜਾਬ ਹਰਿਆਣਾ ਦੇ ਵਿੱਚੋਂ 60-40 ਦੇ ਵਿੱਚ ਇੱਥੇ ਆਉਂਦੇ ਰਹਿਣਾ ਚਾਹੀਦਾ ਹੈ। ਉਸ ਹਿਸਾਬ ਦੇ ਨਾਲ ਇੱਥੇ ਸਰਕਾਰ ਚੱਲਦੀ ਰਹਿਣੀ। ਇੱਕ ਹੋਰ ਵੀ ਇੱਥੋਂ ਦੇ ਲੋਕਾਂ ਦਾ ਜੇ ਪੰਜਾਬੀ ਹਿਤੈਸ਼ੀਆਂ ਦਾ ਪੰਜਾਬੀਆਂ ਦਾ ਇੱਕ ਇਤਰਾਜ਼ ਰਿਹਾ ਕਿ ਇੱਥੇ ਪ੍ਰਧਾਨ ਜਿਵੇਂ ਤੁਸੀਂ ਵੀ ਕਿਸੇ ਟਾਈਮ ਰਹੇ ਪੰਜਾਬ ਤੋਂ, ਛਾਬੜਾ ਸਾਹਿਬ ਵੀ ਪੰਜਾਬ ਤੋਂ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਟੰਡਨ ਸਾਹਿਬ ਦੀ ਉਹ ਵੀ ਪੰਜਾਬ ਤੋਂ, ਜੇ ਰਣਸੂਦ ਸਾਹਿਬ ਕਹੀਏ ਉਹ ਵੀ ਪੰਜਾਬ ਤੋਂ ਜਿਹੜੇ ਭਾਜਪਾ ਦੇ ਨੇ, ਫਿਰ ਵੀ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਅਣਗੌਲਿਆ ਕਰਦੇ ਆ। ਜਿਵੇਂ ਪੰਜਾਬੀ ਦਾ ਮਸਲਾ, ਪੰਜਾਬੀ ਦੇ ਮਸਲੇ 'ਤੇ ਤੁਹਾਨੂੰ ਐਤਕੀ ਬਹੁਤ ਵੱਡਾ ਜਦੋਂ ਇਲੈਕਸ਼ਨ ਹੋਏ ਸੀਗੇ ਉਦੋਂ ਸਵਾਲ ਵੀ ਪਾਇਆ ਸੀ ਵੀ ਪੰਜਾਬੀ ਪ੍ਰਤੀ ਤੁਹਾਡੀ ਕੀ ਉਹ ਰਹੇਗੀ ਸਟੈਂਡ। ਕਿ ਮੇਰੇ ਲਈ ਸਹੀ ਮੈਨੇ ਭਾਵਨਾਤਮਕ ਮੁੱਦਾ ਹੈ ਪੰਜਾਬੀ। ਮੈਂ ਇਹਦੇ ਵਾਸਤੇ ਵੀ ਉਹਨਾਂ ਤੁਸੀਂ ਗੱਲ ਮੰਨਦੇ ਹੋ ਨੇ? ਬਿਲਕੁਲ ਮੰਨਦਾ ਹਾਂ ਕਿ ਪੰਜਾਬੀ ਚੰਡੀਗੜ੍ਹ ਦੇ ਵਿੱਚ ਹਰ ਤਰ੍ਹਾਂ ਪੂਰੀ ਹੋਣੀ ਚਾਹੀਦੀ ਹੈ ਐਂਡ ਇਹ ਅਸੀਂ ਵੀ ਕਰਵਾਈ ਸੀ। ਮੈਂ ਤਾਂ ਦਿੱਲੀ ਦੇ ਵਿੱਚ ਵੀ ਕਰਵਾਈ ਹੋਰ ਢੰਗ ਦੇ ਨਾਲ ਕਿ ਜਦੋਂ ਮੈਂ ਰੇਲਵੇਜ਼ ਦਾ ਮਿਨਿਸਟਰ ਬਣਿਆ ਉੱਥੇ ਦਿੱਲੀ ਦੇ ਵਾਸਤੇ ਸਾਡੇ ਰੇਲਵੇਜ਼ ਦੇ ਜਿੱਥੇ ਕਿਤੇ ਬੋਰਡ ਸੀ ਸਾਰਿਆਂ 'ਤੇ ਉੱਥੇ ਵੀ ਪੰਜਾਬੀ 'ਚ ਨਾਲ ਲਿਖਵਾਇਆ। ਮੇਰਾ ਤਾਂ ਪੰਜਾਬੀ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਐਡਾ ਹੈ। ਇਹ ਨਹੀਂ ਕਿ ਮੈਂ ਪੰਜਾਬੀ ਦਾ ਕੋਈ ਮਾਹਰ ਹਾਂ, ਜ਼ਿਆਦਾ ਜਾਣਦਾ, ਪੰਜਾਬੀ ਮਾਂ ਬੋਲੀ ਹੈ ਮੇਰੀ ਜੀ ਬਿਲਕੁਲ। ਇਹਦੇ ਨਾਲ ਮੈਂ ਇਸ ਕਰਕੇ ਇਹਨੂੰ ਮਹੱਤਤਾ ਦਿੰਦਾ ਹਾਂ। ਅੰਗਰੇਜ਼ੀ ਦੀ ਆਪਣੀ ਜ਼ਰੂਰਤ ਹੈ ਪੂਰੀ ਦੁਨੀਆ ਦੇ ਵਿੱਚ, ਅੱਜ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕ ਅੰਗਰੇਜ਼ੀ ਨੂੰ ਕਹਿੰਦੇ ਨੇ ਖਤਮ ਹੀ ਕਰਦੇ ਉਹ ਗਲਤ ਕਰਦੇ ਨੇ। ਜਿਹੜੇ ਲੋਕ ਕਹਿੰਦੇ ਹਿੰਦੀ ਸਾਡੀ ਨੈਸ਼ਨਲ ਸਾਡੀ ਰਾਸ਼ਟਰੀ ਭਾਸ਼ਾ ਹੈ, ਪਰ ਉਹਦਾ ਮਤਲਬ ਇਹ ਨਹੀਂ ਕਿ ਦੂਜੀਆਂ ਭਾਸ਼ਾ ਜਿਹੜੀਆਂ ਸਾਡੀਆਂ ਆਪਣੀਆਂ ਜਗ੍ਹਾ 'ਤੇ ਨੇ ਉਹਨਾਂ ਦੀ ਵੈਲਿਊ ਨਾ ਪਵੇ। ਭਾਸ਼ਾ ਇੱਕ ਲੈਂਗੁਏਜ ਸਾਰਿਆਂ ਨਾਲੋਂ ਇੱਕ ਵੱਡਾ ਇੱਕ ਇਮੋਸ਼ਨਲ ਤੁਹਾਡਾ ਇੱਕ ਦੂਜੇ ਨਾਲ ਸਾਂਝ ਹੁੰਦੀ ਹੈ ਜੀ। ਤੁਹਾਡਾ ਸੱਭਿਆਚਾਰ ਤੁਹਾਡੀ ਆਪਣੀ ਪਿਛੋਕੜ ਸਾਰੀ ਭਾਸ਼ਾ 'ਤੇ ਮੁਨਸਰ ਹੁੰਦੀ ਹੈ। ਇਸ ਲਈ ਮੈਂ ਪੰਜਾਬੀ ਦੇ ਹਰ ਹਾਲਤ ਉਹਦੇ ਹੱਕ ਦੇ ਵਿੱਚ ਹਾਂ ਕਿ ਪੰਜਾਬੀ ਨੂੰ ਵੱਧ ਤੋਂ ਵੱਧ ਇੱਕ ਵਧਾਵਾ ਮਿਲਣਾ ਚਾਹੀਦਾ ਹੈ। ਉਹਦੇ ਵਾਸਤੇ ਮੈਂ ਹਰ ਤਰ੍ਹਾਂ ਦੇ ਯਤਨ ਕੀਤੇ ਹੋਏ ਨੇ, ਸਮੇਂ ਤੋਂ ਸਮੇਂ ਕੁਛ ਨਾ ਕੁਛ ਕਾਮਯਾਬ ਹੁੰਦੇ ਰਹੇ। ਜਿਹੜੇ ਇੱਥੇ ਲਿਖਾਣ ਵਾਲਾ ਹੋਇਆ ਇਹ ਉਦੋਂ ਹੋਇਆ। ਹੁਣ ਕਿਹੜੀਆਂ ਮੁਸ਼ਕਲਾਂ ਆਈਆਂ ਰਾਸਤੇ 'ਚ ਉਹ ਇਸ ਮੌਕਾ ਨਹੀਂ ਮੇਰੇ ਕਰਨ ਦਾ, ਪਰ ਮੈਂ ਇਸ 'ਤੇ ਤਾਂ ਮੇਰੇ ਕੋਲ ਆਪਣਾ ਰਿਕਾਰਡ ਆਪਣੀ ਜਗ੍ਹਾ ਹੈ ਕਿ ਮੈਂ ਇਹਦੇ ਵਾਸਤੇ ਕਿਹੜੇ ਕਦਮ ਉਠਾਉਂਦਾ ਰਿਹਾ। ਮੈਂ ਚੰਡੀਗੜ੍ਹ ਤੋਂ ਚੁਣ ਕੇ ਗਿਆ 4 ਵਾਰ ਲੋਕ ਸਭਾ ਦੇ ਵਿੱਚ, ਪਹਿਲੀ ਵਾਰ ਤਾਂ ਰਾਜ ਸਭਾ 'ਚ ਸਾਂ ਪੰਜਾਬ 'ਚੋਂ, ਉਦੋਂ ਤਾਂ ਗੱਲ ਦੂਜੀ ਸੀ, ਪੰਜਾਬ ਦੇ ਵਿੱਚੋਂ ਹੀ ਸਾਂ ਮੈਂ। ਤੇ ਪਰ ਜਦੋਂ ਚੰਡੀਗੜ੍ਹੋਂ ਵੀ 4 ਵਾਰ ਚੁਣ ਕੇ ਗਿਆ ਮੈਂ ਆਪਣੀ ਸਹੁੰ ਉੱਥੇ ਲੋਕ ਸਭਾ ਦੇ ਵਿੱਚ ਪੰਜਾਬੀ ਦੇ ਵਿੱਚ ਲਿੱਤੀ ਸੀ ਜੀ, ਜਿਹੜੀ ਕਿ ਅਖਬਾਰਾਂ ਦੇ ਵਿੱਚ ਆ ਗਈ ਤੇ ਮੈਨੂੰ ਗਾਲਾਂ ਦੇ ਲੋਕਾਂ ਨੇ ਚਿੱਠੀਆਂ ਲਿਖ ਕੇ ਪਾਈਆਂ। ਅੱਛਾ ਜੀ। ਹਾਂ, ਮੈਂ ਫਿਰ ਵੀ ਉਸ ਗੱਲ 'ਤੇ ਆਪਣਾ ਡਿੱਗ ਰਿਹਾ ਹਾਂ ਕਿ ਮੈਂ ਪੰਜਾਬ ਦਾ ਇੱਕ ਪੈਰੋਕਾਰ ਹਾਂ। ਪੰਜਾਬ ਦੇ ਵਾਸਤੇ ਇਹਨੂੰ ਪ੍ਰਮੋਟ ਕਰਨ ਵਾਸਤੇ ਹਰ ਇੱਕ ਜਗ੍ਹਾ 'ਤੇ ਵੱਧ ਤੋਂ ਵੱਧ ਪੰਜਾਬ ਇਹਨੂੰ ਪ੍ਰੋਤਸਾਹਨ ਮਿਲੇ ਪੰਜਾਬੀ ਨੂੰ, ਸਾਡੇ ਆਮ ਭਾਸ਼ਾ ਸਾਡੇ ਗੱਲਕਾਜ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਹੋਵੇ। ਇਹ 'ਚ ਕੁਛ ਕਮੀਆਂ ਰਹੀਆਂ ਨੇ, ਨਹੀਂ ਹੋਈਆਂ, ਸਭ ਕੁਛ ਨਹੀਂ ਹੋਇਆ, ਕੁਛ ਹੋ ਪਾਇਆ ਸੀ। ਉਹ ਜਿੰਨੀ ਦੇਰ ਤੱਕ ਨਹੀਂ ਹੋ ਪਾਏਗਾ ਲੱਗੇ ਰਹਾਂਗੇ ਅਸੀਂ। ਬਾਦਲ ਸਾਹਿਬ ਦੇਖੋ ਵਿਧਾਨ ਸਭਾ 'ਚ ਵੀ ਹੋ ਗਿਆ ਸੀਗਾ ਮਤਾ ਪਾਸ, ਉਸ ਤੋਂ ਬਾਅਦ ਆਪਣੇ ਕੁਛ ਆਰਡਰ ਚੰਡੀਗੜ੍ਹ ਸਟੇਸ਼ਨ ਨੇ ਵੀ ਕੀਤੇ ਆ, ਪਰ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ, ਉਹਨਾਂ ਦੇ ਪੂਰੀ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਚੀਜ਼ ਉਹਦੇ ਹਿਸਾਬ ਨਾਲ ਬਣਾਉਣੀ ਹੈ। ਉਹਨਾਂ ਕਰਨਾ ਹੈ ਕਿ ਤੁਸੀਂ ਕਿ ਉਹ ਤਿੰਨੋਂ ਭਾਸ਼ਾਵਾਂ ਦੇ ਵਿੱਚ ਬਣੇ। ਉਹ ਹਰ ਇੱਕ ਮੁੱਦਾ ਕੋਈ ਏਜੰਡਾ ਆਈਟਮ ਹੈ ਕੋਈ ਹੋਰ ਉਵੇਂ ਜਾਵੇ, ਉਹ ਨਹੀਂ ਹੋਰ ਜਾ ਰਿਹਾ। ਮੈਂ ਇਸ ਮੌਕੇ 'ਤੇ ਤੁਹਾਨੂੰ ਇਹੀ ਕਹਿ ਸਕਦਾ ਕਿ ਮੈਨੂੰ ਜਦੋਂ ਵੀ ਕਿਸੇ ਵਕਤ ਮੌਕਾ ਮਿਲੇਗਾ, ਜਿੱਥੋਂ ਮੈਂ ਛੱਡਿਆ ਕੰਮ ਉੱਥੋਂ ਹੀ ਅੱਗੇ ਵਧਾਵਾਂਗਾ। ਅੱਛਾ ਜੀ। ਇੱਕ ਬਹੁਤ ਵੱਡਾ ਹੋਰ ਚੰਡੀਗੜ੍ਹ ਦੀ ਸਮੱਸਿਆ ਆਵਾਜਾਈ ਦੀ ਸਮੱਸਿਆ, ਉਹਦੇ ਪ੍ਰਤੀ ਚਲੋ ਰਿੰਗ ਰੋਡ ਉੱਥੇ ਬਣ ਰਹੀ ਹੈ ਜਾਂ ਉਹ ਬਣ ਰਿਹਾ, ਪੁਲ ਬਣ ਰਿਹਾ। ਇੱਕ ਹੋਰ ਹੈ ਮੈਟਰੋ ਰੇਲ ਦੀ ਗੱਲ ਹੁਣ ਫਿਰ ਆਪਣੇ ਗਿਆਨਚੰਦ ਗੁਪਤਾ ਜੀ ਨੇ ਫਿਰ ਵਿਧਾਨ ਸਭਾ 'ਚ ਸੈਂਟਰ ਦੇ ਮਿਨਿਸਟਰ ਨੂੰ ਲਿਖ ਕੇ ਚਿੱਠੀ ਫਿਰ ਸ਼ੁਰੂ ਕੀਤੀ ਹੈ ਗੱਲ। ਮੈਟਰੋ ਬਾਰੇ ਤੁਸੀਂ ਆਪਦਾ ਸਟੈਂਡ ਦੱਸੋ। ਹਰ ਵਾਰੀ ਇਲੈਕਸ਼ਨਾਂ ਨੇੜੇ ਗੱਲ ਹੁੰਦੀ ਹੈ ਫਿਰ ਰੁਕ ਜਾਂਦੀ ਹੈ। ਦੇਖੋ ਇਲੈਕਸ਼ਨਾਂ ਤੋਂ ਬਾਅਦ ਮੇਰੀ ਗੱਲ ਦਾ ਹੁਣ ਕੋਈ ਮਤਲਬ ਨਹੀਂ ਰਿਹਾ। ਮੇਰੇ ਵੇਲੇ ਤਾਂ ਇਸ 'ਤੇ ਕੰਮ ਵੀ ਸ਼ੁਰੂ ਹੋ ਗਿਆ ਸੀ, ਇੱਥੇ ਨਿਚਲੇ ਸਰਵੇ ਹੋ ਗਏ ਸਨ। ਮੈਂ ਮੈਟਰੋ ਦੇ ਹੱਕ ਵਿੱਚ ਸਾਂ, ਸੋਚ ਸਮਝ ਕੇ ਮੈਟਰੋ ਦਾ ਕੀਤਾ ਸੀ। ਤੇ ਮੈਂ ਉਦੋਂ ਵੀ ਕਹਿੰਦਾ ਸਾਂ ਮੈਟਰੋ ਕਰਨਾ ਸਿਰਫ 10 ਕਿਲੋਮੀਟਰ ਬਾਈ 10 ਕਿਲੋਮੀਟਰ ਵਾਸਤੇ ਨਹੀਂ। ਹਾਂਜੀ। ਇਕੱਲੇ ਮੈਟਰੋ ਦੀ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇਕੱਲਾ ਸ਼ਹਿਰ ਦੇ ਵਿੱਚ ਵਾਸਤੇ ਨਹੀਂ। ਹਾਂਜੀ। ਇਹ ਤਾਂ 20-30 ਕਿਲੋਮੀਟਰ ਚੰਡੀਗੜ੍ਹ ਤੋਂ ਬਾਹਰ ਵਾਸਤੇ। ਅੰਬਾਲੇ ਤੋਂ ਲੋਕ ਰੋਜ਼ਾਨਾ ਇੱਥੇ ਆਉਂਦੇ ਨੇ। ਡੇਲੀ ਪੋਪੂਲੇਸ਼ਨ ਕਿੰਨੀ ਸਾਡੇ ਆਬਾਦੀ ਲੋਕਾਂ ਦੀ ਹੋਰ ਬਾਹਰੋਂ ਇੱਥੇ ਸਾਡੇ ਚੰਡੀਗੜ੍ਹ ਦੇ ਵਿੱਚ ਚਾਰੋਂ ਪਾਸਿਓਂ ਆਉਂਦੀ ਹੈ। ਉਹ ਅਗਰ ਸਾਡੇ 4 ਦਿਸ਼ਾਵਾਂ ਦੇ ਵਿੱਚ ਮੈਟਰੋ ਚੱਲ ਜਾਣ, ਇੱਧਰੋਂ ਖਰੜ ਤੱਕ ਪਹੁੰਚੇ, ਇੱਧਰੋਂ ਤੁਹਾਡੀ ਬਨੂੜ ਤੱਕ ਪਹੁੰਚੇ ਜੀ, ਅੰਬਾਲੇ ਤੱਕ ਬਲਕਿ ਮੈਂ ਕਹਾਂ ਜਾਵੇ, ਉੱਧਰ ਬਨੂੜ ਤੇ ਤੱਕ, ਇੱਧਰਲੇ ਪਾਸੇ ਅੰਬਾਲੇ ਤੱਕ ਅਸੀਂ ਲੈ ਜਾਈਏ, ਰਾਜਪੁਰਾ ਤੱਕ ਵੀ ਜਾ ਸਕਦੀ ਹੈ, ਇੱਧਰ ਬੱਦੀ ਤੱਕ ਅਸੀਂ ਲੈ ਜਾਈਏ, ਕਿੰਨਾ ਵਧੀਆ ਰਹੇਗਾ। ਜਿਹੜੀ ਚੰਡੀਗੜ੍ਹ ਦੇ ਰਾਉਂਡ ਤੇ ਸਾਰੇ ਪਾਸੇ ਸ਼ਹਿਰ ਦੇ ਵਿੱਚ ਵੀ, ਸ਼ਹਿਰ ਦੇ ਵਿੱਚ ਅੰਡਰਗਰਾਊਂਡ ਹੋਏਗੀ, ਬਾਹਰ ਸਾਰੀ ਜਗ੍ਹਾ ਉੱਪਰ ਹੋਏਗੀ। ਜਿੰਨੀ ਕੋਸਟ ਦੀ ਗੱਲ ਕਰਦੇ ਉਨੀ ਨਹੀਂ ਹੋਏ, ਪਰ ਮੈਂ ਇਸ 'ਤੇ ਹੁਣ ਨਹੀਂ ਜ਼ੋਰ ਦੇ ਰਿਹਾ ਕਿਉਂਕਿ ਹੁਣ ਇਹਨਾਂ ਨੇ ਫੈਸਲਾ ਹੋਰ ਕਰ ਲਿਆ। ਬਾਰ-ਬਾਰ ਇਸ 'ਤੇ ਬੋਲਦੇ ਰਹੀਏ ਨਹੀਂ। ਮੈਂ ਇਸ 'ਤੇ ਬਹੁਤ ਅਗਾਂਹ ਵੱਧ ਗਿਆ ਸਾਂ
ਕੰਮ ਕੀਤਾ ਸੀ, ਬਿਲਕੁਲ ਇਹਦੇ ਹੱਕ ਵਿੱਚ ਸੀ। ਇਸ 'ਤੇ ਸਰਵੇਜ਼ ਹੋ ਗਏ ਸਨ, ਐਨ ਤੈਅ ਹੋ ਗਿਆ ਸੀ, ਅਲਾਈਨਮੈਂਟ ਦਾ ਹੋ ਗਿਆ ਸੀ। ਤੁਸੀਂ ਖੁਦ ਵੇਖੇ ਹੋਣਗੇ ਇੱਥੇ ਮੱਧਿਆ ਮਾਰਗ ਵਗੈਰਾ 'ਤੇ ਇੱਥੇ ਬੋਰਡ ਚੰਡੀਗੜ੍ਹ ਮੈਟਰੋ ਦੇ ਲਿਖੇ ਵੀ ਮਿਲਦੇ ਸਨ ਤੁਹਾਨੂੰ, ਖਤਮ ਕਰ ਦਿੱਤੇ। ਹੁਣ ਮੋਨੋ ਰੇਲ ਦੀ ਗੱਲ ਚੱਲੀਏ। ਮੈਂ ਹੁਣ ਉਸ 'ਤੇ ਕੁਛ ਨਹੀਂ ਕਹਿਣਾ ਚਾਹੁੰਦਾ। ਮੈਂ ਮੋਨੋ ਰੇਲ ਵਗੈਰਾ ਦਾ ਕੋਈ ਮਤਲਬ ਨਹੀਂ ਬਣਦਾ ਇਹਦੇ ਵਿੱਚ, ਸ਼ਹਿਰ ਦੇ ਵਿੱਚ। ਸ਼ਹਿਰ ਦੇ ਵਿੱਚ ਤਾਂ ਇਕੱਲੇ ਅਗਰ ਸ਼ਹਿਰ ਦੀ ਗੱਲ ਕਰਨੀ ਹੈ ਤੁਸੀਂ, ਜਿਹੜਾ ਕਿ ਮੇਰੇ ਹਿਸਾਬ ਦੇ ਵਿੱਚ ਇੱਕ ਪਾਸੇ ਅਸੀਂ ਟਰਾਈ ਸਿਟੀ ਕਰਦੇ ਹਾਂ ਜੀ, ਮੋਹਾਲੀ, ਪੰਚਕੂਲਾ, ਚੰਡੀਗੜ੍ਹ ਸਾਰਿਆਂ ਦੇ ਵਾਸਤੇ ਕਰੋ। ਇੱਕ ਪਾਸੇ ਇਕੱਲੇ ਚੰਡੀਗੜ੍ਹ ਦੀਆਂ ਗੱਲਾਂ ਕਰ ਦਿੰਦੇ ਆ ਵੀ ਚੰਡੀਗੜ੍ਹ ਦੇ ਵਿੱਚ ਜੇ ਇੱਥੋਂ ਸ਼ੁਰੂ ਹੁੰਦਾ ਹੈ ਤੁਹਾਡੇ ਜ਼ੀਰਕਪੁਰ ਤੋਂ, ਇੱਧਰੋਂ ਪੁਲ ਤੋਂ, ਅਤੇ ਇੱਧਰ ਆ ਕੇ PGI 'ਤੇ ਖਤਮ ਹੋ ਜਾਂਦਾ ਹੈ। ਇੱਧਰ ਆ ਕੇ ਤੁਹਾਡਾ ਮੋਹਾਲੀ ਵਾਲੇ ਪਾਸੇ 56 ਸੈਕਟਰ 'ਚ ਖਤਮ ਹੋ ਜਾਂਦਾ। ਉਨੇ ਦੀ ਗੱਲ ਕਰਨੀ ਹੈ ਤਾਂ ਉਨੇ 'ਚ ਤਾਂ ਬੱਸਾਂ ਬਹੁਤ ਠੀਕ ਨੇ, ਇਕੱਲੀ ਇੰਨੇ ਦੀ ਆਵਾਜਾਈ ਦੀ ਗੱਲ ਨਹੀਂ ਕਰਦੇ। ਇਹ ਸਾਰਾ ਇੰਟੈਗਰੇਟਿਡ ਹੈ ਏਰੀਆ, ਸਾਰਾ ਇਕੱਠਾ ਹੈ। ਉਹ ਸਾਰੇ ਦੇ ਵਿੱਚ ਜਿਹੜੀ ਕਿ ਰੋਜ਼ਾਨਾ ਦੀ ਆਵਾਜਾਈ ਦੇ ਬਾਰੇ ਸਾਨੂੰ ਇੱਕ ਇੰਟੈਗਰੇਟਿਡ ਇਹਦਾ ਟ੍ਰੈਫਿਕ ਪਲਾਨ ਬਣਾਉਣ ਦੀ ਲੋੜ ਹੈ। ਜਾਨੀ ਹੁਣ ਮੈਟਰੋ ਹੋਣੀ ਚਾਹੀਦੀ, ਕਿਵੇਂ ਹੋਣੀ ਚਾਹੀਦੀ, ਰਾਊਂਡ ਦੇ ਵਿੱਚ ਜਾਂ? ਮੈਂ ਕਹਿ ਰਿਹਾ ਕਿ ਸੈਂਟਰ ਦੀ ਪੂਰੇ ਚੰਡੀਗੜ੍ਹ ਦੇ ਵਿੱਚ ਵੀ। ਅੱਛਾ ਜੀ। ਇੰਨੇ ਜਗ੍ਹਾ ਤੱਕ ਜਾਵੇ, ਦੂਰ ਤੱਕ। ਅੱਛਾ ਜੀ। ਚੰਡੀਗੜ੍ਹ ਦੇ ਵਿੱਚ ਤਾਂ ਹੋਏਗੀ, ਉਹ ਕ੍ਰਿਸ ਕ੍ਰੋਸ ਕਰੇਗੀ, ਅੰਡਰ ਨੀਚੋਂ ਨਿਕਲੇਗੀ, ਜਿਹੜਾ ਕਿ ਜ਼ੀਰਕਪੁਰ ਤੋਂ ਆਏਗੀ ਜੀ, ਜਾਏਗੀ PGI, ਚੰਡੀਗੜ੍ਹ ਦੇ ਵਿੱਚ ਦੀ ਨਿਕਲ ਕੇ ਜਾਏਗੀ ਨਾ ਅੱਗੇ ਨੂੰ, ਅਗਰ ਨਿਊ ਚੰਡੀਗੜ੍ਹ ਨੂੰ ਜਾਂਦੀ ਹੈ। ਯਾਨੀ ਕਿ ਇਹਦੀ ਯੋਜਨਾਬੰਦੀ ਦੁਬਾਰਾ ਹੋਣੀ ਚਾਹੀਦੀ। ਪਤਾ ਨਹੀਂ, ਮੈਂ ਹੁਣ ਕਹਿ ਸਕਦਾ ਕਿ ਹੁਣ ਅੱਜ ਦੇ ਦਿਨ ਮੇਰੇ ਕਹਿਣ ਨਾਲ ਕੋਈ ਮਤਲਬ ਨਹੀਂ ਬਣਦਾ ਜੀ। ਕਦੇ ਮੈਂ ਹੋਵਾਂਗਾ, ਮੈਨੂੰ ਮੌਕਾ ਮਿਲੇਗਾ, ਮੈਂ ਕੁਝ ਨਹੀਂ ਕਹਿ ਸਕਦਾ। ਇਸ ਲਈ ਮੈਂ ਕਹਾਂ ਕਿ ਮੈਂ ਬਣਵਾਵਾਂਗਾ, ਉਹ ਕਰਾਂਗਾ, ਉਹ ਗੱਲ ਦਾ ਕੋਈ ਮਤਲਬ ਨਹੀਂ ਬਣਦਾ। ਮੈਂ ਇਸ ਨੂੰ ਬਣਵਾ ਰਿਹਾ ਸਾਂ, ਮੈਂ ਇਸ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਇਸ 'ਤੇ ਸਰਵੇਜ਼ ਹੋ ਗਏ ਸਨ, ਅਤੇ ਮੈਨੂੰ ਦੁੱਖ ਹੋਇਆ ਸੀ ਕਿ ਇਸ ਨੂੰ ਠੱਪ ਕਰ ਦਿੱਤਾ ਗਿਆ ਅਤੇ ਹੋਰ ਮੁੜ ਕੇ ਕੋਈ ਠੀਕ ਵਿਕਲਪ ਨਹੀਂ ਲਿਆਂਦਾ। ਇਹ ਸਨ ਸ਼੍ਰੀ ਪਵਨ ਬਾਂਸਲ ਜੀ, ਜਿਹੜੇ ਕਾਫੀ ਵਾਰੀ ਚੰਡੀਗੜ੍ਹ ਦੀ ਨੁਮਾਇੰਦਗੀ ਸੰਸਦ ਵਿੱਚ ਕਰ ਚੁੱਕੇ ਨੇ। ਚੰਡੀਗੜ੍ਹ ਦੇ ਮਸਲੇ ਹੀ 3 ਸਟੇਟਾਂ ਨਾਲ ਜੁੜੇ ਹੋਏ ਨੇ। ਕਈ ਵਾਰੀ ਜੇ ਮੈਟਰੋ ਦੀ ਗੱਲ ਉਹਨਾਂ ਨੇ ਦੱਸੀ ਕਿ ਮੈਂ ਆਪਣੇ ਸਮੇਂ ਇਹਦੀ ਯੋਜਨਾਬੰਦੀ ਵੀ ਕਰਵਾ ਲਈ ਸੀ, ਸਰਵੇ ਵੀ ਹੋ ਗਿਆ ਸੀਗਾ, ਪਰ ਉਹ ਸਿਰੇ ਨਹੀਂ ਚੜ੍ਹ ਸਕਿਆ। ਹੁਣ ਜੇ ਕੋਈ ਉਹਨਾਂ ਨੂੰ ਨਵਾਂ ਮੌਕਾ ਮਿਲਦਾ ਸੇਵਾ ਦਾ, ਤਾਂ ਫਿਰ ਇਸ ਵਿਸ਼ੇ 'ਤੇ ਗੱਲ ਕਰਨਗੇ। ਉਹਨਾਂ ਨੇ ਕਾਰਪੋਰੇਸ਼ਨ ਦਾ ਚੁਣਾਵੀ ਸਾਲ 'ਤੇ ਕਿਹਾ ਕਿ ਇਸ ਵਾਰ 25 ਤੋਂ ਉੱਪਰ ਸੀਟਾਂ ਲੈ ਕੇ ਮੇਅਰ ਉਹਨਾਂ ਦਾ ਬਣੇਗਾ। ਫਿਰ ਜਿਹੜੇ ਚਲੰਤ ਮਸਲੇ ਨੇ, ਜੇ ਪੰਜਾਬ ਨਾਲ ਜੁੜੇ ਹੋਏ, ਪੰਜਾਬ ਨੂੰ ਜਿਹੜਾ ਇਹਨੂੰ ਚੰਡੀਗੜ੍ਹ ਨੂੰ ਯੂਨੀਅਨ ਟੈਰੇਟਰੀ ਹੀ ਰਹੇਗੀ ਹੁਣ, ਕਿਉਂਕਿ ਕੁਛ ਉਹਦੇ ਕਾਰਨ ਹੋਰ ਬਣ ਗਏ ਨੇ ਕਿ ਹੁਣ ਉਹ ਨਾ ਤਾਂ ਪੰਜਾਬ ਕੋਲੇ ਜਾ ਸਕਦਾ ਅਤੇ ਨਾ ਚੰਡੀਗੜ੍ਹ ਕੋਲੇ, ਉਹਦੇ ਹਰਿਆਣੇ ਕੋਲੇ ਜਾ ਸਕਦਾ। ਜਿਹੜੇ ਮੁਲਾਜ਼ਮਾਂ ਦੀ ਰੇਸ਼ੋ ਦੀ ਗੱਲ ਕੀਤੀ ਉਹਨਾਂ ਨੇ ਕਿ 60-40 ਦੀ ਰੇਸ਼ੋ ਹੋਣੀ ਹੀ ਚਾਹੀਦੀ ਹੈ। ਇਹ ਹੱਕ ਹੈ ਪੰਜਾਬ ਦਾ ਵੀ ਅਤੇ ਹਰਿਆਣੇ ਦਾ ਵੀ, ਜੋ ਸਾਡੇ ਫੈਸਲੇ ਹੋਏ ਨੇ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਚੰਡੀਗੜ੍ਹ ਦੇ ਵਿੱਚ ਕਿੰਨੀਆਂ ਸੀਟਾਂ ਮਿਲਦੀਆਂ, ਮੇਅਰ ਉਹਨਾਂ ਦਾ ਆਉਂਦਾ ਹੈ ਜਾਂ ਅਗਲੀ ਨੁਮਾਇੰਦਗੀ ਕਿਸ ਦੇ ਹੱਥ ਆਉਂਦੀ ਹੈ, ਅਤੇ ਇਹ ਜਿਹੜੇ ਵੱਡੇ ਮਸਲੇ ਨੇ ਉਹ ਕਿਵੇਂ ਨਜਿੱਠੇ ਜਾਂਦੇ ਨੇ, ਉਹ ਆਉਣ ਵਾਲਾ ਸਮਾਂ ਦੱਸੂਗਾ। ਅਤੇ ਇਹੋ ਜਿਹੇ ਮਸਲਿਆਂ ਲਈ, ਇਹੋ ਜਿਹੇ ਸਿਆਸੀ ਮਾਹਰਾਂ ਜਾਂ ਸਿਆਸਤ ਦੇ ਵਿੱਚ ਲੰਬਾ ਸਮਾਂ ਸੇਵਾ ਨਿਭਾ ਚੁੱਕੇ ਸ਼ਖਸੀਅਤਾਂ ਨੂੰ ਅਸੀਂ ਮਿਲਦੇ ਰਹਾਂਗੇ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।